कल वाले क्वेश्चन तो ही कंटिन्यू कर रहा मैं, देख लो। कल ਆਪਾਂ ਨੇ ਕੀ ਕੀਤਾ ਸੀਗਾ, ਐਂਟੀ ਕਲੌਕਵਾਈਜ਼ ਦਾ ਮਤਲਬ ਸਮਝਿਆ ਸੀਗਾ, ਠੀਕ ਹੈ। ਹੁਣ ਇਹਦੇ ਨਾਲ ਦੇ ਕੁਐਸਚਨਸ ਨੇ, ਧਿਆਨ ਨਾਲ ਦੇਖੋ, ਕੋਈ ਡਿਫਰੈਂਸ ਨਹੀਂ ਹੋਊਗਾ, ਛੋਟਾ ਮੋਟਾ ਡਿਫਰੈਂਸ ਜਾਊਗਾ ਇਹਨਾਂ 'ਚ, ਕੋਈ ਜ਼ਿਆਦਾ ਨਹੀਂ ਹੋਣਾ। ਤਾਂ ਲੈਟਸ ਸੇ ਆਪਣੇ ਕੋਲ ਰੋਡ ਹੈ, ਠੀਕ ਹੈ। ਆਪਣੇ ਕੋਲ ਉਹ ਪੁਆਇੰਟ ਹੈ ਹਿੰਜਿੰਗ ਪੁਆਇੰਟ, ਆ ਹਿੰਜਿੰਗ ਪੁਆਇੰਟ ਹੈ, ਤੇ ਆਪਣੇ ਕੋਲ ਅਲੱਗ-ਅਲੱਗ ਫੋਰਸਿਸ ਲੱਗ ਰਹੀਆਂ ਨੇ। ਕਿਹੜੀ ਫੋਰਸਿਸ ਹੈ? ਇੱਕ ਇਸ ਸਾਈਡ ਲੱਗ ਗਈ 10 ਨਿਊਟਨ, ਨਾਲ ਨੋਟ ਕਰ ਲਓ ਸਾਰੇ। ਇੱਕ ਇਸ ਸਾਈਡ ਹੋ ਗਈ 5 ਨਿਊਟਨ, ਠੀਕ ਹੈ। ਫਿਰ ਡਿਸਟੈਂਸਿਸ ਨੇ ਵੀ। ਆਪਣੇ ਮਾਈਕ ਜੇ ਮਿਊਟ ਕਰ ਲਓ ਜੇ ਤੁਸੀਂ ਗੱਲਾਂ ਮਾਰਨੀਆਂ ਨੇ, ਹੁਣ ਇੱਥੇ ਧਿਆਨ ਨਾਲ ਸੁਣ ਲਓ। ਤਾਂ ਆਪਣੇ ਕੋਲ ਜੋ ਗਿਵਨ ਹੈ that is 2 meter is this distance, 5 meter this is, ठीक है। ਆਪਾਂ ਨੇ ਟਾਰਕ ਫਾइंड करनी है टोटल वाली। डायग्राम ड्रॉ कर लो। ਤਾਂ 10 ਨਿਊਟਨ ਡਾਊਨਵਰਡ ਹੈ, 5 ਨਿਊਟਨ ਅਪਵਰਡ ਹੈ। ਦੋਨਾਂ ਦੇ ਕਾਰਨ ਜਿੰਨੀ ਵੀ ਟਾਰਕ ਲੱਗੂਗੀ ਉਸ ਨੂੰ ਅਲੱਗ-ਅਲੱਗ ਕੈਲਕੂਲੇਟ ਕਰਾਂਗੇ, ਫਿਰ ਆਪਾਂ ਦੇਖਾਂਗੇ ਕੀ ਬਣਦਾ। ਤਾਂ ਧਿਆਨ ਨਾਲ ਦੇਖੋ, ਜੇ ਆਪਾਂ 10 ਨਿਊਟਨ ਦੇ ਕਾਰਨ ਸਟੱਡੀ ਕਰਾਂਗੇ, 10 ਨਿਊਟਨ ਕੀ ਕਰੂ? ਡਾਊਨਵਰਡ ਕਰੂ ਤਾਂ ਇਟ ਵੁੱਡ ਬੀ ਲਾਈਕ ਦਿਸ, ਠੀਕ ਹੈ। ਤਾਂ ਇਹ ਕਿਹੜਾ ਮੋਸ਼ਨ ਹੋ ਗਿਆ? ਦਿਸ ਇਜ਼ ਕਲੌਕਵਾਈਜ਼। ਤਾਂ ਟਾਰਕ ਟॉ1 ਕਹਿ ਦਿੰਦੇ ਆ ਡਿਊ ਟੂ 10 ਨਿਊਟਨ। 10 ਨਿਊਟਨ ਇਨਟੂ ਪਰਪੈਂਡੀਕੂਲਰ ਡਿਸਟੈਂਸ ਕਿੰਨਾ ਆਪਣੇ ਕੋਲ? ਪੁਆਇੰਟ O ਤੋਂ ਇਸ ਫੋਰਸ ਦਾ ਡਿਸਟੈਂਸ ਕਿੰਨਾ ਹੈ? ਦੈਟ ਇਜ਼ 2 ਮੀਟਰ, ਤੇ ਜੋ 20 ਨਿਊਟਨ ਮੀਟਰ। ਐਂਡ ਇਸ ਦੀ ਡਾਇਰੈਕਸ਼ਨ ਕੀ ਆਊਗੀ ਆਪਣੇ ਕੋਲ? ਇਸ ਦੀ ਡਾਇਰੈਕਸ਼ਨ ਹੋ ਜੂਗੀ ਕਲੌਕਵਾਈਜ਼। ਸਾਰਿਆਂ ਨੂੰ ਕਲੀਅਰ? ਇਸ ਦੀ ਡਾਇਰੈਕਸ਼ਨ ਕੀ ਹੋ ਜੂ ਆਪਣੇ ਕੋਲ? ਕਲੌਕਵਾਈਜ਼, ਕਿਉਂਕਿ ਐਵੇਂ ਰੋਟੇਟ ਕਰੂ ਬੋਡੀ ਨੂੰ। ਫਿਰ ਆਪਣੇ ਕੋਲ ਆ ਜਾਂਦਾ ਹੈਗਾ 5 ਨਿਊਟਨ ਦਾ ਲੌਜਿਕ। ਤਾਂ 5 ਨਿਊਟਨ ਵਾਲਾ ਕੀ ਕਰੂਗਾ? ਤਾਂ ਉਹ ਆ ਜੂ ਆਪਣੇ ਕੋਲ ਟॉ2, ਠੀਕ ਹੈ। ਇਹ ਆਪਣੇ ਕੋਲ ਹੋ ਗਿਆ ਟॉ1 ਹੋ ਗਿਆ 10 ਨਿਊਟਨ ਦੇ ਕਾਰਨ। 5 ਨਿਊਟਨ ਵਾਲਾ ਕਿੰਨਾ ਹੋ ਜੂਗਾ? 5 ਇੰਟੂ ਡਿਸਟੈਂਸ ਕਿੰਨਾ ਹੈ? 5 ਮੀਟਰ। ਤਾਂ ਟੋਟਲ ਕਿੰਨਾ ਹੋ ਗਿਆ? 25 ਨਿਊਟਨ ਮੀਟਰ। ਹੁਣ ਧਿਆਨ ਨਾਲ ਦੇਖੋ, ਜੇ 10 ਵਾਲੀ ਡਾਊਨ 'ਚ ਲੈ ਕੇ ਜਾ ਰਿਹਾ ਸੀ ਤਾਂ 5 ਵਾਲੀ ਕਿੱਦਾਂ ਲੈ ਕੇ ਜਾਊ? ਅਪਵਰਡ ਲੈ ਕੇ ਜਾਊ, ਆਪੋਜ਼ਿਟ ਡਾਇਰੈਕਸ਼ਨ। ਤਾਂ ਬੋਡੀ ਐਵੇਂ ਰੋਟੇਟ ਹੋ, ਤਾਂ 5 ਦੇ ਕਾਰਨ ਬੋਡੀ ਕਿੱਦਾਂ ਰੋਟੇਟ ਹੋ? ਐਂਟੀ ਕਲੌਕਵਾਈਜ਼। ਸਾਰਿਆਂ ਨੂੰ ਕਲੀਅਰ ਇਹ? ਜੇ 10 ਵਾਲੀ ਆਪਣੀ ਕਲੌਕਵਾਈਜ਼ ਜਾ ਰਹੀ ਹੈ ਤਾਂ 5 ਵਾਲੀ ਲੈ ਕੇ ਜਾ ਰਹੀ ਹੈ ਬੋਡੀ ਨੂੰ ਐਂਟੀ ਕਲੌਕਵਾਈਜ਼ ਰੋਟੇਸ਼ਨ ਦੇ ਵਿੱਚ। ਕਲੀਅਰ? ਨੈਟ ਕਿੰਨੀ ਹੋ? ਟੋਟਲ ਕਿੰਨੀ ਹੋ ਜੂਗੀ? ਹੁਣ ਜ਼ਿਆਦਾ ਵੈਲਿਊ ਕਿਹੜੀ ਵਾਲੀ ਹੈ? ਜ਼ਿਆਦਾ ਵੈਲਿਊ ਆਪਣੇ ਕੋਲ ਜੋ ਹੈ ਦੈਟ ਇਜ਼ 25 ਨਿਊਟਨ ਮੀਟਰ, ਐਂਡ 20 ਵਾਲੀ ਲੈਸ ਹੈ। ਤਾਂ ਆਟੋਮੈਟਿਕਲੀ ਆਪਾਂ ਨੈਟ ਕੀ ਕਰਾਂਗੇ? ਦੋਨੋਂ ਇੱਕ ਦੂਜੇ ਦੇ ਆਪੋਜ਼ਿਟ ਹੈ। ਜੇ ਦੋਨੇ ਕਲੌਕਵਾਈਜ਼ ਹੁੰਦੇ ਪਲੱਸ ਕਰਦੇ, ਦੋਨੇ ਐਂਟੀ ਕਲੌਕਵਾਈਜ਼ ਹੋਣਗੇ ਪਲੱਸ ਹੋਊਗਾ। ਇੱਕ ਕਲੌਕਵਾਈਜ਼ ਇੱਕ ਐਂਟੀ ਕਲੌਕਵਾਈਜ਼। ਤਾਂ ਆਪਾਂ ਕੀ ਕਰਾਂਗੇ? 20 ਨਿਊਟਨ ਮੀਟਰ ਮਾਈਨਸ 20, ਟੋਟਲ ਕਿੰਨਾ ਹੋ ਗਿਆ? 5। ਜ਼ਿਆਦਾ ਕਿਹੜੀ ਵੈਲਿਊ ਸੀ? ਐਂਟੀ ਕਲੌਕਵਾਈਜ਼। ਤਾਂ 5 ਨਿਊਟਨ ਮੀਟਰ ਇਜ਼ ਦ ਆਂਸਰ ਐਂਡ ਡਾਇਰੈਕਸ਼ਨ ਇਜ਼ ਐਂਟੀ ਕਲੌਕਵਾਈਜ਼। 5 ਨਿਊਟਨ ਮੀਟਰ ਇਜ਼ ਦ ਆਂਸਰ। ਹਾਂਜੀ 5 ਮੀਟਰ ਦਾ ਪੂਰੀ ਲੈਂਥ ਹੈ, ਫਿਰ ਸਰ ਟਾਰਕ 1 ਚ ਆਪਾਂ 2 ਮੀਟਰ ਕਿਵੇਂ ਆਇਆ? ਧਿਆਨ ਨਾਲ ਦੇਖੋ, 10 ਨਿਊਟਨ ਜਿਹੜੀ ਫੋਰਸ ਹੈ ਆਹ ਵਾਲਾ ਪੁਆਇੰਟ ਹੈ। ਇਸ ਪੁਆਇੰਟ ਤੋਂ ਹਿੰਜਿੰਗ ਦਾ ਡਿਸਟੈਂਸ ਕਿੰਨਾ ਹੈ? 2 ਮੀਟਰ। ਦਰਵਾਜ਼ੇ ਵਾਲਾ ਨਹੀਂ ਐਗਜ਼ਾਮਪਲ ਹੋਗੀ ਕਿ ਉਹਦਾ ਐਜ ਹੋ ਗਿਆ ਲਾਸਟ ਵਾਲਾ, ਜਿੱਥੇ ਕਿੰਨੀ ਫੋਰਸ ਲੱਗ ਰਹੀ ਹੈ? 5 ਨਿਊਟਨ। ਇਨ ਬਿਟਵੀਨ ਫੋਰਸ ਕਿੰਨੀ ਲੱਗ ਰਹੀ ਹੈ? 10 ਨਿਊਟਨ। ਤਾਂ ਜਿੱਥੋਂ ਆਪਾਂ ਨੇ ਉਸ ਨੂੰ ਰੋਟੇਟ ਕਰਨਾ, ਪਿੰਕ ਨਾਲ ਮਾਰਕ ਕਰ ਰਿਹਾ, ਇੱਥੋਂ ਰੋਟੇਟ ਕਰਨਾ। ਤਾਂ 10 ਨਿਊਟਨ ਦਾ ਡਿਸਟੈਂਸ ਕਿੰਨਾ? 2 ਮੀਟਰ, ਤੇ 5 ਤੋਂ ਇਹਦਾ ਡਿਸਟੈਂਸ ਕਿੰਨਾ ਹੈ? 5 ਮੀਟਰ। ਹੁਣ ਕਲੀਅਰ? ਸਰ ਹਾਂਜੀ ਟੋਟਲ ਚ ਟਾਰਕ ਦੀ ਜਿਹੜੀ ਡਾਇਰੈਕਸ਼ਨ ਆਊਗੀ ਉਹ ਕਿਹਦੀ ਆਊਗੀ? ਜਿਹੜੀ ਜ਼ਿਆਦਾ ਵੈਲਿਊ ਹੈ, 25 ਵਾਲੀ ਵੈਲਿਊ ਜ਼ਿਆਦਾ ਹੁੰਦੀ ਹੈ ਕਿ 20 ਵਾਲੀ? 25 ਵਾਲੀ ਦੀ ਵੈਲਿਊ ਕੀ ਹੈ? ਐਂਟੀ ਕਲੌਕਵਾਈਜ਼। ਦਾ ਰਿਜ਼ਲਟੈਂਟ ਐਂਟੀ ਕਲੌਕਵਾਈਜ਼ ਹੋਊਗਾ। ਸਿੰਪਲ। ਨੋਟ ਹੋ ਗਿਆ ਸਾਰਿਆਂ ਦਾ? ਨੈਕਸਟ ਕੁਐਸਚਨ ਦੇਖ ਲਓ। ਹੁਣ ਆਪਣੇ ਕੋਲ ਹਿੰਜਿੰਗ ਪੁਆਇੰਟ O ਤੇ ਹੈ। ਇੱਥੋਂ ਫੋਰਸ ਲੱਗੀ 5 ਨਿਊਟਨ, ਇੱਥੋਂ ਫੋਰਸ ਲੱਗੀ 2 ਨਿਊਟਨ। ਆਹ ਡਿਸਟੈਂਸ ਹੈ 1 ਮੀਟਰ, ਆਹ ਡਿਸਟੈਂਸ ਹੈ 2 ਮੀਟਰ। ਤਾਂ ਆਪਾਂ ਨੇ ਟਾਰਕ ਫਾइंड करनी है टोटल वाली। नेक्स्ट क्वेश्चन आ वाला है
ਤਾਂ ਇੱਥੇ ਆਪਾਂ ਨੇ ਕੀ ਕੀਤਾ, ਹਿੰਜਿੰਗ ਦਾ ਡਿਸਟੈਂਸ ਚੇਂਜ ਕਰਤਾ, ਹਿੰਜਿੰਗ ਆਪਾਂ ਨੇ ਸੈਂਟਰ ਤੋਂ ਕਰਤੀ, ਤਾਂ 5 ਨਿਊਟਨ ਇੱਧਰ 2 ਨਿਊਟਨ ਉੱਧਰ। ਡਾਇਗਰਾਮ ਕਲੀਅਰ ਸਾਰਿਆਂ ਨੂੰ? ਤਾਂ ਆਪਣੇ ਕੋਲ 5 ਨਿਊਟਨ ਦੇ ਕਾਰਨ ਕੀ ਕਹਿੰਦੇ ਆ, ਟੋ 1 ਕਹਿ ਦਿੰਦੇ ਆ, ਤੇ 2 ਨਿਊਟਨ ਵਾਲੇ ਨੂੰ ਕਹਿ ਦਿੰਦੇ ਆ ਟੋ 2। ਠੀਕ ਹੈ, ਟੋ 1 ਕਿੰਨਾ ਹੋ ਜਾਊ ਆਪਣੇ ਕੋਲ 5 ਨਿਊਟਨ ਇਨਟੂ ਡਿਸਟੈਂਸ, ਡਿਸਟੈਂਸ ਮੀਟਰ ਚਾਹੇ ਦੇਖੋ ਕਿੰਨਾ, ਟੋ 2 ਕਿੰਨਾ ਹੋ ਜਾਊ 2 ਨਿਊਟਨ ਇਨਟੂ ਡਿਸਟੈਂਸ, ਡਿਸਟੈਂਸ ਮੀਟਰ ਚਾਹੇ। ਹੁਣ ਪੁਆਇੰਟ O ਜਿਹੜਾ ਹੈ ਹਿੰਜਿੰਗ ਦਾ ਪੁਆਇੰਟ ਹੈ, ਠੀਕ ਹੈ, ਹਿੰਜ ਦਾ ਪੁਆਇੰਟ ਹੈ। ਹੁਣ ਇਸ ਪਾਰਟਿਕੂਲਰ ਪੁਆਇੰਟ O ਤੋਂ 5 ਨਿਊਟਨ ਦਾ ਡਿਸਟੈਂਸ ਕਿੰਨਾ ਆਪਣੇ ਕੋਲ, ਦੈਟ ਇਜ਼ 1 ਮੀਟਰ। ਤਾਂ 1 ਮੀਟਰ ਇਜ਼ ਦਾ ਡਿਸਟੈਂਸ ਆਫ 5 ਨਿਊਟਨ ਫਰੋਮ ਪੁਆਇੰਟ O। ਪੁਆਇੰਟ O ਤੋਂ 2 ਨਿਊਟਨ ਦਾ ਡਿਸਟੈਂਸ ਕਿੰਨਾ ਹੈ, ਦੈਟ ਇਜ਼ 2 ਮੀਟਰ। ਕਲੀਅਰ ਸਾਰਿਆਂ ਨੂੰ? ਤਾਂ ਟੋਟਲ ਕਿੰਨਾ ਹੋ ਜੂ, ਪਹਿਲਾ ਹੋ ਜੂ 5 ਨਿਊਟਨ ਮੀਟਰ, ਦੂਜਾ ਹੋ ਜੂ 4 ਨਿਊਟਨ ਮੀਟਰ। ਹੁਣ ਆਪਾਂ ਨੇ ਦੇਖਣਾ ਕਿਹੜੀ ਡਾਇਰੈਕਸ਼ਨ 'ਚ ਬਾਡੀ ਰੋਟੇਟ ਹੋ। ਜੇ ਪੁਆਇੰਟ O ਹਿੰਜ ਕੀਤਾ ਹੋਇਆ, ਪੁਆਇੰਟ O ਤੇ ਬਾਡੀ ਨੂੰ ਹਿੰਜ ਕੀਤਾ ਹੋਇਆ, ਤਾਂ 5 ਨਿਊਟਨ ਨੀਚੇ ਰੋਟੇਟ ਕਰੂ, ਤਾਂ ਬਾਡੀ ਐ ਰੋਟੇਟ ਕਰੂ, ਤਾਂ ਨੀਚੇ ਵਾਲੀ ਸਾਈਡ ਡਾਇਰੈਕਸ਼ਨ 'ਚ ਕਿਹੜੀ ਬਣੂ ਇਹ, ਦਿਸ ਇਜ਼ ਐਂਟੀ ਕਲੋਕਵਾਈਜ਼। ਸਾਰਿਆਂ ਨੂੰ ਪਤਾ ਲੱਗ ਰਿਹਾ ਕਿ ਐਂਟੀ ਕਲੋਕਵਾਈਜ਼ ਕਲੋਕਵਾਈਜ਼ ਕਿਵੇਂ ਹੈ, ਤਾਂ ਇਸ ਡਾਇਰੈਕਸ਼ਨ 'ਚ ਕੀ ਹੈ, ਇਹ ਐਂਟੀ ਕਲੋਕਵਾਈਜ਼ ਹੈ। ठीक है, 5 न्यूटन की कर रहा है एंटी क्लॉकवाइज रोटेट कर रहा है। उस तो बाद 2 न्यूटन की कर रहा है, 2 न्यूटन भी ऊपर रोटेट करूँ एवं बॉडी जाऊ, अगेन 2 न्यूटन भी की कर रहा है ऊपर ਨੂੰ ਲੈ ਕੇ ਜਾ ਰਿਹਾ। ਆ ਪੁਆਇੰਟ ਹੈ, ਇੱਥੇ 5 न्यूटन नीचे ਨੂੰ ਲੈ ਕੇ ਜਾ ਰਿਹਾ, ਤਾਂ ਇਹ ਐਂਟੀ ਕਲੋਕਵਾਈਜ਼ ਹੈ। ਸਿਮਿਲਰਲੀ 2 न्यूटन ਨੀਚੋਂ ਲੱਗ ਰਿਹਾ, ਤਾਂ ਉਹ ਵੀ ਇਸ ਨੂੰ ਐਂਟੀ ਕਲੋਕਵਾਈਜ਼ ਰੋਟੇਟ ਕਰ ਰਿਹਾ। ਕਲੀਅਰ ਸਾਰਿਆਂ ਨੂੰ? ਤਾਂ ਆਪਣੇ ਕੋਲ ਹੁਣ ਫੋਰਸਿਸ ਦੀ ਡਾਇਰੈਕਸ਼ਨ ਚਾਹੇ ਆਪੋਜ਼ਿਟ ਹੈ, ਬਟ ਉਹਨਾਂ ਦੀ ਰੋਟੇਸ਼ਨ ਕੀ ਹੈ, ਸੇਮ ਹੈ। ਤਾਂ ਰੋਟੇਸ਼ਨ ਸੇਮ ਹੋ ਗਈ। ਜੇ ਰੋਟੇਸ਼ਨ ਸੇਮ ਹੋਈ ਤਾਂ ਇਹ ਟਾਰਕਸ ਟੋਟਲ ਵਾਲੀ ਐਡ ਹੋਊਗੀ ਕਿ ਸਬਟਰੈਕਟ ਹੋਊ, ਕਾਮਨ ਸੈਂਸ, ਦੋਨੇ ਐਂਟੀ ਕਲੋਕਵਾਈਜ਼ ਹੈ, ਕੀ ਹੋ ਜੂਗੀ, ਐਡ ਹੋ ਜੂ, ਇਟ ਵੁੱਡ ਬੀ 9 ਨਿਊਟਨ ਮੀਟਰ। ਡਾਇਰੈਕਸ਼ਨ ਕੀ ਹੋਗੀ, ਐਂਟੀ ਕਲੋਕਵਾਈਜ਼। ਨੂਮੈਰੀਕਲ ਵੈਲਿਊ ਸਾਰੇ ਕੱਢ ਲੈਣੇ ਨੇ, ਡਾਇਰੈਕਸ਼ਨਾਂ 'ਚ ਕਨਫਿਊਜ਼ ਹੋਣੇ ਨੇ। ਤੁਹਾਨੂੰ ਸਾਰਿਆਂ ਨੂੰ ਡਾਇਰੈਕਸ਼ਨਸ ਕਲੀਅਰ ਨੇ? ਬੋਡੀ ਨੂੰ ਰੋਟੇਟ ਕਰਾ ਕੇ ਦੇਖੋ, 2 ਨਿਊਟਨ ਉੱਪਰ ਲੈ ਕੇ ਜਾਓ, ਇਹ ਰੋਟੇਸ਼ਨ ਹੁੰਦੀ ਹੈ ਐਂਟੀ ਕਲੋਕਵਾਈਜ਼। 5 ਨਿਊਟਨ नीचे लेके जाओ, ये भी की रोटेशन होंगी है एंटी क्लॉकवाइज। तो दोनों डायरैक्शनों च अपने को रोटेशन की है एंटी क्लॉकवाइज है, तो उन्होंने की करता अपने सम करता, टोटल करता। जे ऑपोजिट होंदा एक क्लॉकवाइज एक एंटी क्लॉकवाइज, फिर की करना सीगा, माइनस हो जाना सीगा। क्लीयर सारिਆਂ ਨੂੰ? दिस इज पॉइंट O। जे डाउट है किसी को अपना पूछ लो बच्चे। तो अपने को नैक्सट हिंज पॉइंट O ते है। अज मैं ट्राई करदा थोड़े क्वेश्चन ज़्यादा करिए आप, ठीक है, इसलिए थोड़ा स्पीड ते करा रहे हैं। हाँ जी सर जे ਉਹ ਐਂਟੀ ਕਲੋਕਵਾਈਜ਼ ਚ ਨਹੀਂ ਦੋਨੋਂ, ਤਾਂ ਸਰ ਆਪਾਂ ਨੇ ਪਲੱਸ ਕਰਤਾ। ਸਰ ਜੇ ਉਹ ਆਪੋਜ਼ਿਟ ਡਾਇਰੈਕਸ਼ਨ ਚ ਹੋਣ ਤਾਂ ਮਾਈਨਸ ਕਰਨਾ ਹੈ। बिल्कुल सही है। जे एक क्लॉक है एक एंटी है तो माइनस करांगे, जे दोनों सेम है तो प्लस होगा। बेसिक सेंस है। ध्यान नाल समझो, 5 न्यूटन की फोर्स बॉडी ਨੂੰ एंटी क्लॉकवाइज रोटेट करा रही है। सिमिलरली 2 न्यूटन भी बॉडी ਨੂੰ एंटी क्लॉकवाइज रोटेट करा रही है, तो दोनों फोर्सेस इको ही डायरेक्शन च रोटेट कराएंगे तो ऐड हो जाऊगा, क्योंकि बॉडी ते तो दोनों फोर्सेस इकट्ठियां लग रही ने ना। पॉइंट ऑफ एक्शन ऑफ फोर्सेस डिफरेंट है, पॉइंट ऑफ हिंजिंग डिफरेंट है, ठीक है, जिसमें सेंटर कह सकते हैं। सिमिलरली नेक्स्ट पॉइंट, नेक्स्ट देख लो। क्लियर है अरुण? हाँ जी सर। नेक्स्ट अपने को पॉइंट ओ आ वाला है, नाल ड्रॉ कर लो, मार्किंग कर लो। दिस इज डिस्टेंस 1 मीटर, दिस इज 2 मीटर एंड दिस इज अगेन 2 मीटर। रैंडम वैल्यूज पा रहे हैं अपने वालों, कोई मैटर नहीं करता। आपने जेड़ा हिंजिंग पॉइंट आ वाला इत्थों डिस्टेंसिस फाइंड करने सारे वाले, ठीक है। तो आ हिंज का डिस्टेंस है, हिंज का डिस्टेंस आ वाला, हिंज का पॉइंट कह लाँगे, डिस्टेंस नहीं कहांगे आप। तो इस पर्टिकुलर पॉइंट O तो आपने सारे डिस्टेंसिस देखने ने, ठीक है। तो ध्यान नाल देखो अपने कोल इस सर टॉर्क 1 ਤਾਂ 10 ਨਿਊਟਨ ਮੀਟਰ ਕਲੋਕਵਾਈਜ਼ ਹੋਗੀ, केड़े वाली, टॉर्क 1। यस सही है। तो अपने कोल की होगा फाइंड नैट टॉर्क। हुण जेड़े तुसीं क्वेश्चन पूछ रहे हैं थोड़ा जिहा माइक जा पिछे रख के पूछो, बहुत उच्ची आवाज़ ही को होंदी कंन च। तो टॉ 1 सिंबल दिता है,
सब तो पहले तो वैल्यू फाइंड करनी है, उस तो बाद उधर देखना है कि डायरेक्शन क्लॉकवाइज है कि एंटी क्लॉकवाइज है। टो वन कितना हो जू 10 न्यूटन इनटू डिस्टेंस कितना पॉइंट हो तो 1 मीटर, तो कितना हो जू 10 न्यूटन मीटर। डायरेक्शन बाद च लिखते हैं टॉ टू टॉ थ्री। टॉ टू कितना हो जूगा 5 न्यूटन इनटू डिस्टेंस पॉइंट ओ तो 5 न्यूटन का डिस्टेंस कितना है 2 मीटर, तो टोटल कितना हो गया 10 न्यूटन मीटर। ये डायरेक्शन हो गई, ठीक है। फिर टॉ थ्री जो है वो है 10 न्यूटन इंटू हूँ 10 न्यूटन जो टॉ थ्री वाला सारे विजिबल हो रहा है, इसका डिस्टेंस कितना है फ्रॉम पॉइंट ओ। ध्यान नाल देखो ਜਿਹੜਾ अपने कोल पॉइंट ओ तो डिस्टेंस है 2 ਤੇ 2 कितना हो जाऊगा इट वुड बी 4 मीटर। सारे क्लीयर। तो टोटल बन जाओ अपने कोल 40 न्यूटन मीटर विद सम डायरेक्शन, ठीक है। तो टॉ वन अपने कोल की है 10 न्यूटन मीटर, 10 न्यूटन मीटर अपने कोल रोटेट कराऊगा बॉडी ਨੂੰ इस डायरेक्शन च, तो ये डायरेक्शन होंगी अपने कोल क्लॉकवाइज, ठीक है। फिर पॉइंट सर टॉप 3 नहीं समझा है। हाँ जी टॉ थ्री सर टॉप 3 ਦਾ ਆਪਾਂ डिस्टेंस ਕਿਵੇਂ ਲੈਤਾ ਹੈ? डिस्टेंस जो ਹੁੰਦਾ ਆਪਾਂ ਹਿੰਜਿੰਗ ਤੋਂ ਲੈਂਦੇ ਆ ਪੁਆਇੰਟ O ਤੋਂ 10 ਨਿਊਟਨ ਦਾ ਡਿਸਟੈਂਸ ਕਿੰਨਾ ਹੈ। ਪੁਆਇੰਟ O ਤੋਂ 10 ਨਿਊਟਨ ਦਾ ਡਿਸਟੈਂਸ ਕਿੰਨਾ ਹੈ, ਆਹ ਵਾਲਾ ਡਿਸਟੈਂਸ 2 मीटर आया 2 मीटर आया टोटल कितना हो गया 4 मीटर। तो पॉइंट O तो अपने को डिस्टेंस कितना है 4 मीटर, तो टोटल कितना हो गया 40 न्यूटन मीटर, ठीक है। हूँ ठीक है तो 10 न्यूटन की गल कर लें आप आ वाले 10 न्यूटन की, आह 10 न्यूटन अपनी बॉडी ਨੂੰ इस डायरेक्शन च रोटेट कराओ, ये भी अपने को की हो जू क्लॉकवाइज आ जू। क्लीयर। 5 न्यूटन जो है वो ऊपर लैके जाओ ऐ करके, तो ये किस जाऊगी ये जाऊगा एंटी क्लॉकवाइज। डायरेक्शन सारे क्लीयर है, कन्फ्यूजन है तो पूछ लो क्लैरीफाई कर लो, क्लीयरिटी जरूरी है बहुत जरूरी है। क्लीयर है सारे तो अपने कोल टोटल कितनी बनूगी एवं बेसिकली देख लो। बेसिक किमें देखना है एक 10 है क्लॉक की 40 है क्लॉक की, दोनों कितने हो गए टोटल 50 कि वाले क्लॉकवाइज वाले माइनस ऑपोजिट एंटी क्लॉक कितना 10, तो टोटल कितना हो गया 40 ज़्यादा कि वाला सी क्लॉकवाइज रोटेशन। क्लॉकवाइज ਨੂੰ CW लिख लो, एंटी क्लॉकवाइज ਨੂੰ ACW भी लिख सकते हैं आप। क्लीयर सारे रोटेशन मेन है। ਹੁਣ ਪੁੱਛੋ ਜੇ ਟਾਰਕ 'ਚ ਕੋਈ ਕਨਫਿਊਜ਼ਨ ਹੈ ਇਸ ਨਾਲ ਜਿਹੜੇ ਐਂਗਲਸ ਨੇ ਜਿਹੜੇ ਕੁਐਸਚਨਸ ਨੇ ਉਹ ਚੀਜ਼ਾਂ ਸਾਰੀਆਂ ਕਲੈਰੀਫਾਈ ਕਰਨ ਦੀ ਟਰਾਈ ਕੀਤੀ ਹੈ। ਟਾਰਕ ਦਾ ਵੈਕਟਰ ਫਾਰਮੈਟ ਨਹੀਂ ਐਕਸਪਲੇਨ ਕੀਤਾ ਮੈਨੇ, ਉਹ ਆਪਾਂ ਕੁਐਸਚਨ ਕਰਾਂਗੇ ਫਿਰ ਪਤਾ ਲੱਗੂਗਾ, ਹਲੇ ਨਹੀਂ ਹੈ ਫੋਰ ਦਾ ਟਾਈਮ। ਹੈ ਕਿਸੇ ਨੂੰ ਡਾਊਟ ਕਲੀਅਰ ਕਰੋ ਆਪਣਾ ਪੁੱਛ ਕੇ। ਕਲੀਅਰ ਸਰ। ਹੁਣ ਨੈਕਸਟ ਕਲਾਸ ਜਿਹੜੀ ਹੋਊਗੀ ਨਾ ਜਿਵੇਂ 40 ਮਿੰਟਸ ਬਾਅਦ ਕੱਟ ਹੋਊਗਾ ਆਪਣੇ ਆਪ, ਉਹ ਉਸੇ ਲਿੰਕ ਤੇ ਕਲਿੱਕ ਕਰ ਲਿਓ ਇਸੇ 'ਚ ਚੱਲ ਜਾਊਗਾ, ਠੀਕ ਹੈ। ਨੋਟ ਹੋ ਗਿਆ ਨਾ ਸਾਰਿਆਂ ਦਾ। ਹੁਣ ਨੈਕਸਟ ਆਪਾਂ ਟੌਪਿਕ ਕਰਨਾ ਹੈ एंगुलर मोमेंटम। ਨੈਕਸਟ ਟੌਪਿਕ ਆਪਣੇ ਕੋਲ एंगुलर मोमेंटम। ਜਿਵੇਂ ਲੀਨੀਅਰ ਮੋਮੈਂਟਮ ਹੁੰਦਾ ਹੈ ਇੱਕ ਸਿੰਗਲ ਡਾਇਰੈਕਸ਼ਨ 'ਚ ਲੀਨੀਅਰ, एंगुलर मोमेंटम ਹੁੰਦਾ ਰੋਟੇਸ਼ਨ ਦੇ ਵਿੱਚ। ਸਿੰਬਲ ਇਹਦਾ ਹੁੰਦਾ L, ठीक है। तो एंगुलर मोमेंटम का अपने को सिंबल की होगा L, तो अपने कोल बाय डेफिनेशन L की होगा L अपने कोल बाय डेफिनेशन होगा जिमें जिमें कह रहे हैं टॉ फोर्स इनटू परपेंडिकुलर डिस्टेंस होता है। सिमिलरली L की देख हो जाऊगा लीनियर मोमेंटम इनटू परपेंडिकुलर डिस्टेंस, सेम चीज, ठीक है। टॉर्क की सी फोर्स इनटू परपेंडिकुलर डिस्टेंस, तो एंगुलर मोमेंटम की हो जाऊगा लीनियर मोमेंटम इनटू परपेंडिकुलर डिस्टेंस। टॉर्क भी वेक्टर क्वांटिटी है, एल भी वेक्टर क्वांटिटी, तो एल की जो वेक्टर क्वांटिटी आर क्रॉस पी। नाला नोट करी चलो, स्टेटमेंट लिखवा देना, कुछ खास नहीं है इस, ठीक है। तो अपने को कहना है इट इज डिफाइंड एज प्रोडक्ट ऑफ, इट इज डिफाइंड एज प्रोडक्ट ऑफ लीनियर मोमेंटम एंड perpendicular distance of body, perpendicular distance of body from axis of rotation। सिंपल है। तो अपने को की है लीनियर मोमेंटम इनटू परपेंडिकुलर डिस्टेंस इज अ
इक्वल टू एंगुलर मोमेंटम। ठीक है, उस तो बाद अपने को आ जाना यूनिट्स। फॉर्मूला तो ऊपर लिखता, फॉर्मूला की है L इज इक्वल टू आर क्रॉस पी, दैट क्रॉस प्रोडक्ट का L इज इक्वल टू पी इंटू परपेंडिकुलर डिस्टेंस। पी ਦੇ यूनिट्स ਕੀ ਹੁੰਦੇ kg मीटर पर सेकंड, ਸਾਰਿਆਂ ਨੂੰ याद है। ਲੀਨੀਅਰ मोमेंटम ਕੀ ਹੁੰਦਾ ਆਪਣੇ ਕੋਲ मास इंटू वेलोसिटी, मास तक की यूनिट्स हो गए kg, वेलोसिटी दोगे मीटर पर सेकंड इंटू डिस्टेंस कितना हो गया मीटर, तक हो जो kg मीटर स्क्वायर पर सेकंड। तो अपने को एंगुलर मोमेंटम के यूनिट्स की होंगे kg मीटर स्क्वायर पर सेकंड, ये अपने को हो गए यूनिट्स। जे डायमेंशनस की गल करनी है, डायमेंशनस भी लिखनी ने नाल। डायमेंशनस की होंगे kg ਨੂੰ रिप्रेजेंट करांगे मास नाल, मीटर स्क्वायर इज L स्क्वायर, पर सेकंड इज T-1। ठीक है, एंड आ चीज़ की है वेक्टर क्वांटिटी है। रोटेशन वैसे हर एक चीज़ की वेक्टर क्वांटिटी होगी, ये चीज़ की अपने को वेक्टर क्वांटिटी है। क्लियर? क्लीयर है सारे नू? कुछ है नहीं इस खास वैसे। लीनियर मोमेंटम ਨੂੰ परपेंडिकुलर डिस्टेंस Clear, ਨਾਲ sir. ਮਲਟੀਪਲਾਈ ਕਰ ਦਾਂਗੇ, ਵੀ ਵਿਲ ਗੈਟ ਐਂਗੂਲਰ ਮੋਮੈਂਟਮ। ਜਿਵੇਂ ਟਾਰਕ ਵੈਕਟਰ ਕੁਆਂਟੀਟੀ ਹੈ, ਸਿਮਿਲਰਲੀ ਆਪਣੇ ਕੋਲ एंगुलर मोमेंटम वेक्टर क्वांटिटी है। तो नैक्सट मैं डायरैक्शन की दस रहा, देख लो। जिमें अपने को फैन रोटेट करता है, ठीक है, देख लो। जे अपने को बॉडी रोटेट हो रही है क्लॉकवाइज, तो अपने राइट हैंड थंब रूल लेना, तो क्लॉकवाइज एवं रिप्रेजेंट हो, तो थंब किधर आ रहा है, डाउनवर्ड आ रहा है। तो अपने को डायरैक्शन की हो जाती डाउनवर्ड, किस चीज़ की है, रिजल्टेंट की। जे अपने को रोटेशन ऐसे लिखांगे, जे रोटेशन क्लॉकवाइज है, स्क्रीन पे लिखना बंद कर दो बच्चे। जे रोटेशन क्लॉकवाइज है तो जोड़ा रिजल्टेंट होगा दैट वुड बी डाउनवर्ड। तो डाउनवर्ड किहड़ी किहड़ी चीज़ां होंदियां, इक्को जू इहदा थीटा, इक्को जू अल्फा, इक्को जू ओमेगा, इक्को जू टॉर्क, इक्को जू एल, आज सारिया दी सारी चीज़ां डायरैक्शन की हो जूगी डाउनवर्ड। जे बॉडी क्लॉकवाइज रोटेट करूगी तो एंगुलर डिस्प्लेसमेंट, अल्फा दैट इज एंगुलर एक्सेलरेशन, ओमेगा दैट इज एंगुलर वेलोसिटी, टॉर्क पता ही है, एंगुलर मोमेंटम, सारिया चीज़ों की डायरैक्शन की हो जूगी डाउनवर्ड। सिमिलरली जे अपने को रिवर्स करते हैं, याद एक रखना, दूजा याद हो जूगा। जे अपने को एंटी क्लॉकवाइज है, एंटी क्लॉकवाइज किमें एवं राइट हैंड थंब रूल यूज करना है, दिस इज एंटी क्लॉकवाइज। आ चीज़ है एंटी क्लॉकवाइज, थंब किधर है, अपवर्ड, राइट हैंड थंब रूल याद रखना है। तो डायरेक्शन की हो जूगी अपवर्ड। एक ही है रोटेशन की इस एंटी क्लॉकवाइज, ठीक है। तो थीटा, अल्फा, ओमेगा, टॉ ते एल की हो जाएंगे, ये हो जाएंगे अपवर्ड, ये याद रखने में। एग्जाम्पल्स करांगे, चीज़ां क्लैरीफाई हो जाएंगियां। नोट कर लो। इस रोटेशन ਨੂੰ ਜਿਹੜੀ ਮਰਜ਼ੀ ਲੈ ਸਕਦੇ ਆ, ਫੈਨ ਦੀ ਰੋਟੇਸ਼ਨ ਲੈ ਸਕਦੇ ਆ ਆਪਾਂ, ਕਿਸੇ ਚੱਕੇ ਦੀ ਟਾਇਰ ਦੀ ਰੋਟੇਸ਼ਨ ਲੈ ਸਕਦੇ ਆ ਆਪਾਂ, ਕਿਸੇ ਪੈਨ ਦੀ ਰੋਟੇਸ਼ਨ ਲੈ ਸਕਦੇ ਆ, ਜਿਹੜਾ ਆਪਾਂ ਪੈਨ ਦਾ ਕੈਪ ਖੋਲਦੇ ਹੁੰਦੇ ਆ, ਠੀਕ ਹੈ, ਜਿਸ ਮਰਜ਼ੀ ਦੀ ਲੈ ਸਕਦੇ ਆ। ਦਿਸ ਇਜ਼ ਪਾਰਟਿਕੂਲਰ डायरेक्शन। डेरिवेशन भी यदि तुच्छ जी है, सिंपल ही है। अज देखते हैं आर्टिकल किन्ने को खिंच सकते हैं आप, तो वैसे एंगुलर मोमेंटम का ही कंप्लीट करांगे। क्लीयर सारे नू? तो नैक्सट अपने को हैडिंग हो जूगी डेरिवेशन
for angular momentum। ਸਰ ਇਹ ਆਰਟੀਕਲ ਹੈ। ਯੈਸ, ਜਿਵੇਂ ਆਪਾਂ ਨੇ ਜੋ ਪ੍ਰੂਵ ਕੀਤਾ ਨਾ P ਇਜ਼ ਇਕੁਅਲ ਟੂ R ਕ੍ਰੋਸ P, ਇਸ ਨੂੰ ਡਰਾਈਵ ਕਰਨਾ ਜੋ ਆਪਾਂ ਨੇ ਟਾਰਕ ਦਾ ਕੱਲ ਕੀਤਾ ਸੀ। ਸਿਮਿਲਰ ਜਾਈਏ, ਈਜ਼ੀ ਜਾਂ ਡਿਫਿਕਲਟ ਨਹੀਂ ਹੈ, ਸਿੰਪਲ ਜਿਹਾ। ਸਰ ਇਸ 'ਚ ਆਰ ਕੀ ਹੁੰਦਾ? R ਪਰਪੈਂਡੀਕੂਲਰ ਡਿਸਟੈਂਸ, ਸੇਮ ਚੀਜ਼ ਜੋ ਟਾਰਕ ਵਿੱਚ R ਹੁੰਦਾ ਉਹੀ ਇਸ 'ਚ ਹੁੰਦਾ ਆਪਣੇ ਕੋਲ। ਤਾਂ ਆਪਣੇ ਕੋਲ ਸੇਮ ਚੀਜ਼ ਰੱਖਾਂਗੇ, ਦਿਸ ਇਜ਼ ਪੁਆਇੰਟ P। ਪੁਆਇੰਟ P ਨਹੀਂ ਰੱਖਦੇ ਆਪਾਂ ਇੱਥੇ ਕਿਉਂਕਿ ਮੋਮੈਂਟਮ ਨੂੰ ਪੁਆਇੰਟ P ਸਿੰਬਲ ਦੇਣਾ ਪਊਗਾ। ਪੁਆਇੰਟ ਕਿਉਂ ਰੱਖ ਦਿੰਦੇ ਆ, ਇਸ ਜਗ੍ਹਾ ਤੇ ਬੋਡੀ ਦਾ ਮੋਮੈਂਟਮ ਜਿਹੜੀ ਪੁਆਇੰਟ Q ਤੇ ਹੈ ਉਹ ਕੀ ਹੈ, ਸਮਾਲ p ਹੈ। ਠੀਕ ਹੈ, ਇਸ ਸਮਾਲ p ਦਾ ਮਾਈਕ ਬੰਦ ਰੱਖੋ ਸਾਰੇ। ਹਾਂਜੀ, L ਆਣਾ ਸਰ ਸੀ। ਉੱਥੇ ਐਲ ਨਹੀਂ ਆਣਾ। ਯੈਸ, ਇੱਥੇ L ਆਣਾ ਸੀ। ਤਾਂ P ਦੇ ਆਪਾਂ ਕੀ ਕਰਾਂਗੇ, ਦਿਸ ਇਜ਼ ਐਂਗਲ ਫਾਈ। ਤਾਂ P ਦੇ ਕੰਪੋਨੈਂਟਸ ਬਣਾ ਲਾਂਗੇ। ਕਿਹੜੇ ਕਿਹੜੇ ਕੰਪੋਨੈਂਟ ਬਣ ਜੂ, P cos ਫਾਈ, P sin ਫਾਈ। डायग्राम सेम है, ठीक है। आ वाला पॉइंट Q है, दिस इज पॉइंट Q, लोकेशन Q है। आह ਇਹਦਾ ਵੈਕਟਰ ਕਿੰਨਾ ਹੈਗਾ, R ਵੈਕਟਰ, दिस इज कॉल्ड पोजीशन वैक्टर। सेम चीज P cos फाई की कहांगे ਆਪਾਂ, रेडियल कंपोनेंट, P sin फाई की जो अपने कोल टेंजेंशियल कंपोनेंट। ठीक है, कल जो लिखा सेम वर्डिंग, कंसीडर अ बॉडी is free to rotate। हाँ जी ਸਰ ਤੁਸੀਂ ਥੀਟਾ ਲਿਖਿਆ ਥੱਲੇ ਨੀਚੇ ਸਰ ਆਹ ਪੁਆਇੰਟ Q ਹੈ। ਲੋ ਮੈਂ ਹੋਰ ਵੀ ਚੇਂਜ ਕਰ ਦਿੰਦਾ, ਇਸ ਨੂੰ ਆਪਾਂ ਪੁਆਇੰਟ T ਰੱਖ ਲਓ ਜੇ ਕਨਫਿਊਜ਼ਨ ਬੰਦੇ Q ਤੇ ਫਾਈ ਚ ਥੀਟਾ। ਠੀਕ ਹੈ, ਪੁਆਇੰਟ ਹੀ ਚੇਂਜ ਕਰਤਾ, T ਪੁਆਇੰਟ ਹੈ। ਹਾਂਜੀ ਸਰ ਤੁਸੀਂ ਮੋਮੈਂਟਮ ਹੀ ਕਿਉਂ ਲਿੱਤਾ ਉਰੇ? ਕਿਉਂਕਿ ਆਪਾਂ ਨੇ ਡੈਰੀਵੇਸ਼ਨ L ਦੀ ਕਰਨੀ ਹੈ ਤਾਂ ਮੋਮੈਂਟਮ ਦੇ ਵਿਦ ਰਿਸਪੈਕਟ ਟੂ ਵੀ ਡੈਰੀਵੇਸ਼ਨ L ਦੀ ਹੋਊਗੀ। ਕੱਲ ਆਪਾਂ ਨੇ ਕੀਤਾ ਸੀ ਟਾਰਕ ਦੀ ਡੈਰੀਵੇਸ਼ਨ, ਉਹਦੇ ਵਾਸਤੇ ਫੋਰਸ ਚਾਹੀਦੀ ਸੀਗੀ। ਠੀਕ ਹੈ ਸਰ, ਓਕੇ। ਸਟੇਟਮੈਂਟ ਰੀਡ ਕਰ ਲਓ, ਜੋ ਮੈਂ ਲਿਖਣੀ ਹਾਲੇ ਤੁਹਾਨੂੰ ਕਲੀਅਰ ਹੋ ਜਾਊਗਾ। ठीक है, consider a body is free to rotate in xy plane about point O। ਤਾਂ ਉਹ ਪੁਆਇੰਟ ਦੇ ਅੱਗੇ ਪਿੱਛੇ ਰੋਟੇਟ ਹੋ ਸਕਦੀ ਹੈ, ਕਲॉकवाइज एंटी क्लॉकवाइज ਜਿਵੇਂ ਮਰਜੀ ਬੋਡੀ ਰੋਟੇਟ ਹੋ ਸਕਦੀ ਹੈ। ਠੀਕ ਹੈ, ਇਟਸ ਪੋਜੀਸ਼ਨ ਵੈਕਟਰ ਇਜ਼, ਸਰ ਇਸ 'ਚ ਕੋਈ ਡਾਇਮੈਂਸ਼ਨਸ ਤਾਂ ਨਹੀਂ ਹੈਗੇ, 1 ਡਾਇਮੈਂਸ਼ਨ 2 ਡਾਇਮੈਂਸ਼ਨ 3 ਡਾਇਮੈਂਸ਼ਨ? ਨਹੀਂ ਇਸ 'ਚ ਆਪਾਂ 2D 'ਚ ਚੱਲਾਂਗੇ, 3 ਡਾਇਮੈਂਸ਼ਨ ਕੁਝ ਨਹੀਂ ਹੈ, 1 ਡਾਇਮੈਂਸ਼ਨ ਵੀ ਨਹੀਂ ਹੋ ਸਕਦਾ, ਰੋਟੇਸ਼ਨ 2D 'ਚ ਹੁੰਦੀ ਹੈ XY ਪਲੇਨ 'ਚ। ਇਟਸ ਪੋਜੀਸ਼ਨ ਵੈਕਟਰ ਇਜ਼ R ਵੈਕਟਰ। ठीक है, ਤਾਂ ਆਪਾਂ ਕਹਾਂਗੇ ਲੀਨੀਅਰ मोमेंटम of body is P vector। तो लीनियर मोमेंटम की है P वेक्टर। ठीक है, and its components are, its components ਸਰ ਪਲੀਜ਼ ਇੱਕ are, ਮਿੰਟ ਰੁਕ ਜਾਓ, ਨੋਟ ਕਰ। स्पेस तो बनी हुई है बच्चे, मैं कड़ा मटेता। एक P cos फाई है एंड P sin फाई। नोट कर लो आराम नाल, कोई चक्कर नहीं है। ਸਰ ਵਰਕ ਦਾ ਟੈਸਟ ਕਦੋਂ ਆ? ਤੁਸੀਂ ਹੁਣ ਕਲਾਸ ਲਗਾਣੀ ਕਿ ਇਧਰ ਉਧਰ ਦੀ ਗੱਲਾਂ ਮਾਰਨੀਆਂ ਨੇ? जिस टाइम काम चल रहा ਹੁੰਦਾ ਤਾਂ ਇਸ ਨਾਲ ਰਿਲੇਟਡ ਜੋ ਮਰਜ਼ੀ ਪੁੱਛੀ ਚੱਲੋ। ਕੁਝ ਐਕਸਟਰਾ ਚੀਜ਼ ਹੈ ਜੋ ਮਰਜ਼ੀ ਹੈ ਬਾਅਦ ਵਾਲਾ, ਉਹ ਤੁਸੀਂ ਆਰਾਮ ਨਾਲ ਮੈਨੂੰ ਬਾਅਦ 'ਚ ਪੁੱਛ ਸਕਦੇ ਹੋ, ਗਰੁੱਪ 'ਚ ਪੁੱਛ ਲਿਆ ਕਰੋ, ਚਾਹੇ ਕਲਾਸ ਦੇ ਟਾਈਮ ਕਲਾਸ 'ਚ ਧਿਆਨ ਰੱਖਿਆ ਕਰੋ। ਨੋਟ ਹੋ ਗਿਆ ਇਹ? ਯੈਸ ਸਰ। ਯੈਸ ਸਰ। ਸੇਮ ਵਰਡਿੰਗ ਜੋ ਆਪਾਂ ਨੇ ਕੀਤਾ ਸੀਗਾ, ਐਂਗੂਲਰ momentum of body due to radial component। ਹੁਣ ਕੱਲ ਆਪਾਂ ਨੇ ਆਲਰੇਡੀ ਸਾਰਾ ਕੁਝ ਰੇਡੀਅਲ ਤੇ ਟੈਂਜੈਂਸ਼ੀਅਲ ਡਿਸਕਸ ਕਰ ਲਿਆ ਸੀ, ਤਾਂ ਮੈਂ ਉਮੀਦ ਕਰ ਸਕਦਾ ਕਿ ਤੁਹਾਨੂੰ ਇਹ ਚੀਜ਼ਾਂ ਦਾ ਵਰਡ ਦਾ ਮਤਲਬ ਪਤਾ ਹੋ।
ਹੁਣ p cos phi ਕੀ ਬੋਡੀ ਨੂੰ ਰੋਟੇਟ ਕਰਾ ਰਿਹਾ, ਨਹੀਂ ਕਰਾ ਰਿਹਾ, ਤਾਂ ਇਸ ਦੇ ਕਾਰਨ l ਕਿੰਨਾ ਹੋ ਜੂ 0। ਠੀਕ ਹੈ, p cos phi ਬੋਡੀ ਨੂੰ ਖਿੱਚ ਰਿਹਾ, ਇਸ ਨੂੰ ਐਜ਼ ਅ ਟਾਰਕ ਹੀ ਮੰਨੋ, ਮਾਈਂਡ 'ਚ ਰੱਖੋ ਕਿ ਜਿਵੇਂ ਫੋਰਸ ਹੈ, ਤਾਂ ਕਿਆ p cos phi ਬੋਡੀ ਨੂੰ ਰੋਟੇਟ ਕਰਾ ਸਕਦਾ, ਨਹੀਂ ਕਰਾ ਸਕਦਾ, ਤਾਂ ਉਸ ਦੇ ਕਾਰਨ ਐਂਗੂਲਰ ਮੋਮੈਂਟਮ ਕਿੰਨਾ ਹੋ ਜੂ 0। ਤਾਂ ਐਂਗੂਲਰ ਮੋਮੈਂਟਮ ਆਫ ਬੋਡੀ ਡਿਊ ਟੂ tangential component, tangential component कितना है p sin phi is, ਤਾਂ l कितना हो जू अपने कोल, ठीक है, एक अपने कोल हो जूगा p sin phi into perpendicular distance, perpendicular distance कितना है r। ਅੱਜ ਹੀ ਸਾਰਿਆਂ ਨੂੰ ਕਲੀਅਰ। ਆਪਣੇ ਕੋਲ ਟੈਂਜੈਂਸ਼ੀਅਲ ਕੰਪੋਨੈਂਟ ਦੇ ਕਾਰਨ ਜਿਹੜਾ ਐਂਗੂਲਰ ਮੋਮੈਂਟਮ ਹੈ ਉਹ ਕੀ ਹੈ ਆਪਣੇ ਕੋਲ p sin phi into perpendicular distance, ਤਾਂ perpendicular distance ਕਿੰਨਾ ਹੈ that is r। ਤਾਂ ਆਪਣੇ ਕੋਲ l ਕੀ ਦੇ ਇਕੁਅਲ ਬਣ ਜੂ, it would be rp sin phi। ਹਾਂਜੀ ਬੱਚੇ, ਸਰ ਇਹ ਰੇਡੀਅਲ ਦੱਸਿਓ ਇੱਕ ਵਾਰ, ਰੇਡੀਅਲ ਕਿਵੇਂ ਹੋਇਆ? ਟੈਨੈਂਸ਼ੀਅਲ ਤਾਂ ਪਤਾ ਲੱਗ ਗਿਆ, ਟੈਂਜੈਂਸ਼ੀਅਲ ਆ ਟੈਂਜੈਂਟ ਜਾ ਰੇਡੀਅਸ ਰਹੀ ਦਾ ਹੈ ਕਿਵੇਂ? along the radius, मतलब आ सर्कल है समझ लो, ठीक है, अपने को आ चीज़ है, दिस इज पॉइंट ओ। ਹੁਣ ਇਹਦੇ ਆਪਾਂ ਦੋ ਕੰਪੋਨੈਂਟਸ ਲੈਣੇ ਆ, ਇੱਕ ਆਹ ਵਾਲੀ ਡਾਇਰੈਕਸ਼ਨ 'ਚ ਹੋ ਗਿਆ, ਆ ਤਾਂ ਆਪਣੇ ਕੋਲ ਟੈਂਜੈਂਟ ਹੋ ਗਿਆ, ਸਾਰਿਆਂ ਨੂੰ ਪਤਾ ਨਾ ਟੈਂਜੈਂਟ ਜੋ ਰੇਡੀਅਸ ਦੇ 90 ਬਣਾਵੇ। ਹੁਣ ਜਿਹੜਾ ਅਲੋਂਗ ਦਾ ਰੇਡੀਅਸ ਹੁੰਦਾ ਉਸ ਨੂੰ ਰੇਡੀਅਲ ਕਹਿ ਦਿੰਦੇ ਆ। ਰੇਡੀਅਲ ਕੀ ਹੈ, ਅਲੋਂਗ ਦਾ ਰੇਡੀਅਸ p cos phi, ਜੋ ਪੁਆਇੰਟ O ਤੋਂ ਲੈ ਕੇ ਸਿੱਧਾ ਹੀ ਚੱਲੀ ਜਾ ਰਿਹਾ ਹੈ ਇੱਕ ਸਿੰਗਲ ਲਾਈਨ ਦੇ ਵਿੱਚ, ਉਹ ਕੀ ਆ ਆਪਣਾ ਅਲੋਂਗ ਦਾ ਰੇਡੀਅਸ, ਦੈਟ ਇਜ਼ ਕਾਲਡ, ਦਿਸ ਇਜ਼ ਰੇਡੀਅਲ, ਠੀਕ ਹੈ, ਦਿਸ ਇਜ਼ ਟੈਂਜੈਂਸ਼ੀਅਲ। ਇਹੋ ਜਿਹੀ ਚੀਜ਼ਾਂ ਨਾ ਰਫ 'ਚ ਨੋਟ ਕਰ ਲਿਆ ਕਰੋ, ਚਾਹੇ ਕੋਈ ਚੱਕਰ ਨਹੀਂ ਹੁੰਦਾ, ਅੰਡਰਸਟੈਂਡਿੰਗ ਵਾਸਤੇ ਹੀ ਹੈ, ਰਫ 'ਚ ਨੋਟ ਕਰ ਲਿਆ ਕਰੋ। ਆ ਜਿਹੜਾ ਸਰਕਲ ਡਰਾ ਕੀਤਾ, ਤਾਂ ਇਸ ਵਾਲੇ ਪਰਟੀਕੂਲਰ ਕੇਸ ਨੂੰ ਆਪਾਂ ਇਨ ਵੈਕਟਰ ਫਾਰਮ ਕੀ ਲਿਖ ਸਕਦੇ ਹਾਂ, ਇਨ ਵੈਕਟਰ ਫਾਰਮ l ਕਿਹਦੇ ਇਕੁਅਲ ਬਣ ਜੂ r cross p। ਬਸ ਪ੍ਰੈਕਟੀਕਲੀ l ਨੂੰ ਸਮਝਣਾ ਥੋੜਾ ਟਿੱਡ ਹੈ, ਤਾਂ ਆਪਾਂ ਕੀ ਕਰਾਂਗੇ, ਆਪਾਂ ਇਹਨਾਂ ਦੇ ਵਿਚਕਾਰ ਲਿੰਕ ਕਰਾਂਗੇ। ਲੀਨੀਅਰ ਦੇ ਕੇਸ 'ਚ ਜੋ ਕੰਮ ਫੋਰਸ ਦਾ ਹੈ, ਐਂਗੂਲਰ ਦੇ ਕੇਸ 'ਚ ਉਹੀ ਕੰਮ ਟਾਰਕ ਦਾ। ਜੇ ਆਪਾਂ ਨੇ ਬੋਡੀ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕਰਨਾ, ਆਪਾਂ ਨੂੰ ਫੋਰਸ ਲਗਾਉਣੀ ਪਊ। ਜੇ ਆਪਾਂ ਨੇ ਬੋਡੀ ਨੂੰ ਇੱਕ ਫਿਕਸ ਪੁਆਇੰਟ ਦੇ ਦੁਆਲੇ ਰੋਟੇਟ ਕਰਨਾ ਹੈ, ਆਪਾਂ ਨੂੰ ਟਾਰਕ ਲਗਾਉਣੀ ਪਊ। ਫਰਕ ਪੈ ਗਿਆ, ਜੇ ਮੂਵ ਕਰਨਾ ਹੈ ਫੋਰਸ, ਜੇ ਰੋਟੇਟ ਕਰਨਾ ਹੈ ਟਾਰਕ। ਸਿਮਿਲਰਲੀ ਜੇ ਬੋਡੀ ਲੀਨੀਅਰ 'ਚ ਮੂਵ ਕਰ ਰਹੀ ਹੈ ਤਾਂ ਉਹਦੇ 'ਚ ਕੁਆਂਟੀਟੀ ਆਫ ਮੋਸ਼ਨ ਮਾਸ ਇਨਟੂ ਵੈਲੋਸਿਟੀ, ਉਹ ਕੀ ਆਪਣੇ ਕੋਲ ਲੀਨੀਅਰ ਮੋਮੈਂਟਮ। ਜੇ ਬੋਡੀ ਰੋਟੇਟ ਕਰ ਰਹੀ ਹੈ ਤਾਂ ਇਸ ਰੋਟੇਸ਼ਨ ਵਾਲੀ ਬੋਡੀ ਦੇ ਵਿੱਚ ਕੁਆਂਟੀਟੀ ਆਫ ਮੋਸ਼ਨ ਨੂੰ ਕਹਾਂਗੇ ਐਂਗੂਲਰ ਮੋਮੈਂਟਮ। ਸਿੰਪਲ। ਜੇ ਰਿਲੇਟ ਕਰੋਗੇ ਲੀਨੀਅਰ ਨੂੰ ਐਂਗੂਲਰ ਨਾਲ ਫਿਰ ਯਾਦ ਰਹਿਣਗੀਆਂ ਚੀਜ਼ਾਂ, ਜੇ ਕੱਲਾ ਕੱਲਾ ਯਾਦ ਰੱਖਣ ਦੀ ਟਰਾਈ ਕਰੋਗੇ ਫਿਰ ਨਹੀਂ ਯਾਦ ਰਹਿੰਦਾ, ਪਹਿਲਾਂ ਦੱਸਣਾ। ਸਰ ਹਾਂਜੀ ਸਰ ਜੇ ਆਪਾਂ ਇੱਕ ਪੁਆਇੰਟ ਤੇ ਖੜੇ ਅਰਾਊਂਡ ਗੋਲ ਗੋਲ ਘੁੰਮ ਰਹੇ ਆ ਤਾਂ ਆਪਾਂ ਟੌਰ ਲਾ ਰਹੇ ਆ। ਬਿਲਕੁਲ ਸਹੀ ਹੈ, ਟਾਰਕ ਲੱਗੂਗੀ, ਰੋਟੇਟ ਹੋਣ ਵਾਸਤੇ ਟਾਰਕ ਚਾਹੀਦੀ ਹੈ। ਆਪਾਂ ਅਪਲਾਈ ਫੋਰਸ ਕਰਦੇ ਹਾਂ, ਬਟ ਰੋਟੇਸ਼ਨ ਵਾਸਤੇ ਆਪਾਂ ਨੂੰ ਟਾਰਕ ਲਗਾਉਣੀ ਪੈਂਦੀ ਹੈ। ਇਸ ਤਰੀਕੇ ਨਾਲ ਸਮਝੋ, ਜੋ ਖੁਦ ਅਪਲਾਈ ਕਰ ਰਹੇ ਹਾਂ ਆਪਾਂ ਫੋਰਸ ਅਪਲਾਈ ਕਰ ਰਹੇ ਹਾਂ, ਦਰਵਾਜ਼ੇ ਨੂੰ ਖੋਲ੍ਹਣਾ ਆਪਾਂ ਫੋਰਸ ਅਪਲਾਈ ਕਰ ਰਹੇ ਹਾਂ, ਬਟ ਦਰਵਾਜ਼ੇ ਨੂੰ ਖੁੱਲ੍ਹਣ ਵਾਸਤੇ ਫੋਰਸ ਨਹੀਂ ਚਾਹੀਦੀ, ਉਸਨੂੰ ਟਾਰਕ ਚਾਹੀਦੀ ਹੈ। ਚਾਹੇ ਆਪਾਂ ਜਿਵੇਂ ਆਪਣਾ ਹਿੰਜਿੰਗ ਪੁਆਇੰਟ ਹੈ ਆਹ ਵਾਲਾ, ਹੁਣ ਜੇ ਫੋਰਸ ਤੁਸੀਂ ਇਸ ਪੁਆਇੰਟ 'ਤੇ ਲਗਾਓਗੇ ਜਿੱਥੇ ਜੁਆਇਨ ਕੀਤਾ ਹੋਇਆ ਤਾਂ ਖੁੱਲ੍ਹਣੀ ਨਹੀਂ ਬੋਡੀ, ਜਿੰਨਾ ਮਰਜ਼ੀ ਜ਼ੋਰ ਲਾਈ ਚਲੋ, ਤਾਂ ਫੋਰਸ ਤਾਂ ਜਿੰਨੀ ਮਰਜ਼ੀ ਲੱਗੀ। ਇਹੀ ਫੋਰਸ ਇੱਥੋਂ ਲਗਾਓਗੇ ਤਾਂ ਬੋਡੀ ਰੋਟੇਟ ਹੋਊਗੀ, ਤਾਂ ਇਸ ਨੂੰ ਘੁੰਮਣ ਵਾਸਤੇ ਟਾਰਕ ਚਾਹੀਦੀ ਹੈ, ਆਪਾਂ ਅਪਲਾਈ ਫੋਰਸ ਕਰਾਂਗੇ ਫਾਰਮੂਲਾ ਡਿਰਾਈਵ ਕਰਕੇ। ਠੀਕ ਹੈ, ਪ੍ਰੈਕਟੀਕਲ ਚੀਜ਼ਾਂ ਨੇ, ਈਜ਼ੀ ਅੰਡਰਸਟੈਂਡ ਕਰਨਾ, ਕੋਈ ਡਿਫੀਕਲਟ ਨਹੀਂ ਹੈ। ਜਿਵੇਂ ਆਪਾਂ ਨੇ ਟਾਰਕ ਦੇ ਨੂਮੈਰੀਕਲਸ ਕੀਤੇ ਸੀ, ਸਿਮਿਲਰਲੀ ਐਂਗੂਲਰ ਮੋਮੈਂਟਮ ਦੇ ਕਰਾਂਗੇ। ਹਾਂਜੀ ਸਰ ਜਿਵੇਂ ਸਰ ਆਪਾਂ ਖੜੇ ਆਂ ਉਹਦੇ ਵਿੱਚ ਜਿਵੇਂ ਆਪਾਂ ਰੋਟੇਟ ਕਰ ਰਹੇ ਸਰ, ਉਹ 'ਚ ਆਪਣਾ ਹਿੰਜਿੰਗ ਪੁਆਇੰਟ ਕਿਹੜਾ ਹੋਊਗਾ? ਆਪਾਂ ਖੜੇ ਹਾਂ, ਆਪਣਾ ਐ ਖੜੇ ਹਾਂ, ਐ ਰੋਟੇਟ ਹੋ ਰਹੇ ਹਾਂ, ਤਾਂ ਆਪਣਾ ਸੈਂਟਰ ਆਫ ਪੁਆਇੰਟ ਕੀ ਹੈ, ਸੈਂਟਰ ਆਫ ਮਾਸ ਕੀ ਹੈ, ਦੈਟ ਇਜ਼ ਹਿੰਜਿੰਗ ਪੁਆਇੰਟ। ਆਪਣਾ ਜਿਹੜੀ ਜਗ੍ਹਾ 'ਤੇ ਖੜ ਕੇ ਰੋਟੇਟ ਹੋ ਰਹੇ ਹਾਂ ਦੈਟ ਇਜ਼ ਜਿਹੜਾ ਪੁਆਇੰਟ ਹੈ ਸੈਂਟਰ ਆਫ ਮਾਸ ਹੀ ਕਹਿ ਸਕਦੇ ਹਾਂ, ਉਹ ਆਪਣੇ ਕੋਲ ਹਿੰਜਿੰਗ ਪੁਆਇੰਟ ਹੈ। ਉਹ ਵਰਚੁਅਲ ਹੈ, ਉਹ ਕਿਹੜਾ ਆਪਾਂ ਨੂੰ ਬੰਨ ਕੇ ਫੜਿਆ ਹੋਇਆ ਕੋਈ ਫਿਕਸ ਕੀਤਾ। ਮੰਨ ਲਓ ਕਿਸੇ ਜਾਨਵਰ ਨੂੰ ਫੋਰ ਐਗਜ਼ਾਮਪਲ ਬਾੜੇ ਵਗੈਰਾ 'ਚ ਜਾਂਦੇ, ਗਊਆਂ ਬੰਨੀਆਂ ਹੁੰਦੀਆਂ ਨੇ ਰੱਸੀ ਨਾਲ, ਤਾਂ ਮੰਨ ਲਓ ਇੱਥੇ ਰੱਸੀ ਦਾ ਬੰਨਿਆ ਹੋਇਆ, ਇੱਥੇ ਗਊ ਹੈ, ਗਊ ਕੀ ਕਰੂਗੀ, ਇਸ ਪੈਰੀਮੀਟਰ ਦੇ ਵਿੱਚ ਰੋਟੇਟ ਹੋ ਸਕਦੀ ਹੈ, ਤਾਂ ਗਊ ਨੂੰ ਰੋਟੇਟ ਕਰਨ ਵਾਸਤੇ ਕੀ ਰਿਕੁਆਇਰਮੈਂਟ ਹੈ, ਟਾਰਕ। ਇਸ ਤਰੀਕੇ ਨਾਲ ਸਮਝੋ, ਠੀਕ ਹੈ। ਤਾਂ ਆਪਣੇ ਕੋਲ ਨੈਕਸਟ ਕੁਐਸਚਨ ਦੇਖ ਲਓ, 2 kg ਬੋਡੀ ਹੈ, ਆਹ ਡਿਸਟੈਂਸ 2 ਮੀਟਰ ਹੈ, ਆਪਣੇ ਵੱਲੋਂ ਕੁਐਸਚਨ ਦੇ ਰਿਹਾ, ਇਸ ਦੀ ਸਪੀਡ ਹੈ 5 ਮੀਟਰ ਪਰ ਸੈਕਿੰਡ, ਐਂਗੂਲਰ ਮੋਮੈਂਟਮ ਫਾਈਂਡ ਕਰਨਾ, ਇਸ ਦਾ ਐਂਗੂਲਰ ਮੋਮੈਂਟਮ ਫਾਈਂਡ ਕਰੋ। ਸਿੰਪਲ ਹੈ, ਸਿੱਧਾ ਫਾਰਮੂਲਾ ਲਗਾ ਦਿਓ,
ਹੋਰ ਕੁਝ ਨਹੀਂ ਹੈਗਾ। ਵਿਦ ਡਾਇਰੈਕਸ਼ਨ ਵੀ ਦੱਸਣੀ ਪਊਗੀ। ਤਾਂ ਪਹਿਲੇ 'ਚ ਕਿੰਨਾ ਆ ਜਾਊਗਾ ਐਂਗੂਲਰ ਮੋਮੈਂਟਮ ਕੀ ਹੋ ਜਾਊਗਾ p ਇੰਟੂ ਪਰਪੈਂਡੀਕੂਲਰ ਡਿਸਟੈਂਸ। p ਦਾ ਫਾਰਮੂਲਾ ਕੀ ਹੁੰਦਾ ਹੈ mv ਇੰਟੂ ਪਰਪੈਂਡੀਕੂਲਰ ਡਿਸਟੈਂਸ। ਮਾਸ ਕਿੰਨਾ ਬੋਡੀ ਦਾ 2 kg, ਵੈਲੋਸਿਟੀ ਇਜ਼ 5 ਤੇ ਪਰਪੈਂਡੀਕੂਲਰ ਡਿਸਟੈਂਸ ਇਜ਼ 2। ਤਾਂ ਟੋਟਲ ਕਿੰਨਾ ਹੋ ਗਿਆ 20 kg ਮੀਟਰ ਸਕੁਅਰ ਪਰ ਸੈਕਿੰਡ। ਸਿੰਪਲ। ਡਾਇਰੈਕਸ਼ਨ ਕੀ ਹੋਊਗੀ ਇਹਦੀ, ਜਿਹੜਾ ਪੁਆਇੰਟ 2 kg ਹੈ ਉਹ ਬੋਡੀ ਨੂੰ ਐਵੇਂ ਰੋਟੇਟ ਕਰਾ ਰਿਹਾ ਤੇ ਕਿਹੜੀ ਡਾਇਰੈਕਸ਼ਨ ਹੈ एंटी क्लॉकवाइज। हाँ जी ਸਰ हम्म ਸਰ ਇੱਥੇ L equals to R into P ਵਾਲਾ ਫਾਰਮੂਲਾ ਲੱਗਣਾ ਸੀਗਾ R इंटू P वाला ही फॉर्मूला लगाया है। ਸਰ ਫਿਰ ਇਹਦੇ ਵਿੱਚ P ਕੀ ਹੈ R इज देखो L इज इक्वल टू R इंटू P जो है ना ये वैक्टर फॉर्मेट 'ਚ ਹੁੰਦਾ ਜਦੋਂ ਆਪਾਂ ਨੂੰ ਦੋ ਕੁਆਂਟੀਟੀਜ਼ ਵੈਕਟਰ 'ਚ ਦਿੱਤੀਆਂ ਹੁੰਦੀਆਂ ਨੇ। ਜਦੋਂ ਆਪਾਂ ਨੇ ਇਸ ਨੂੰ ਕੱਲੀ ਨੂਮੈਰੀਕਲ ਵੈਲਿਊ ਫਾਈਂਡ ਕਰਨੀ ਹੈ ਫਿਰ P ਇੰਟੂ ਪਰਪੈਂਡੀਕੂਲਰ ਡਿਸਟੈਂਸ ਹੈ। ਹੁਣ ਇੱਥੇ P ਕੀ ਹੈ, P ਹੈ ਇੱਥੇ ਲੀਨੀਅਰ ਮੋਮੈਂਟਮ। याद आ गया सारा लीनियर मोमेंटम की सी क्वांटिटी ऑफ मोशन कंटेन इन अ बॉडी दैट इज प्रोडक्ट ऑफ मास एंड वेलोसिटी। एल की है एंगुलर मोमेंटम। क्लियर। परपेंडिकुलर डिस्टेंस का सारे नूं पता है जेड़ा डिस्टेंस मोमेंटम नाल 90 डिग्री का एंगल बनावे। इत्थे मैनूं आ 90 डिग्री दिख रहा है जिस नाल मैंने की लिता इसनूं कंसीडर किया एज दिस पर्टिकुलर वैल्यू। क्लियर नाउ टू ऑल। सर फिर तो समझा दो। L ਦਾ ਆਪਣੇ ਕੋਲ ਫਾਰਮੂਲਾ ਕੀ ਹੁੰਦਾ ਹੈ L ਹੁੰਦਾ ਆਪਣੇ ਕੋਲ ਲੀਨੀਅਰ ਮੋਮੈਂਟਮ ਇਨਟੂ ਪਰਪੈਂਡੀਕੂਲਰ ਡਿਸਟੈਂਸ। ਠੀਕ ਹੈ। ਲੀਨੀਅਰ ਮੋਮੈਂਟਮ ਦਾ ਸਿੰਬਲ ਦਾ P ਹੁੰਦਾ ਹੈ। ਹੁਣ P ਦਾ ਜਿਹੜਾ ਫਾਰਮੂਲਾ ਹੁੰਦਾ ਹੈ ਉਹ ਹੁੰਦਾ ਮਾਸ ਇਨਟੂ ਵੈਲੋਸਿਟੀ ਤੇ ਪਰਪੈਂਡੀਕੂਲਰ ਡਿਸਟੈਂਸ ਹੁੰਦਾ ਹੈ ਜੋ ਡਿਸਟੈਂਸ 90 ਡਿਗਰੀ ਬਣਾਵੇ। ਕਿਸ ਨਾਲ P ਨਾਲ। ਕੱਲ ਜਿਹੜਾ ਡਿਸਟੈਂਸ ਫੋਰਸ ਨਾਲ 90 ਡਿਗਰੀ ਬਣਾ ਰਿਹਾ ਸੀ ਉਸ ਨੂੰ ਆਪਾਂ ਨੇ ਕਿਹਾ ਸੀ ਪਰਪੈਂਡੀਕੂਲਰ ਡਿਸਟੈਂਸ। ਇਸ ਦੇ ਵਿੱਚ ਜਿਹੜਾ ਡਿਸਟੈਂਸ 90 ਡਿਗਰੀ ਬਣਾਵੇ ਮੋਮੈਂਟਮ ਨਾਲ ਉਸ ਨੂੰ ਕਹਾਂਗੇ ਆਪਾਂ ਪਰਪੈਂਡੀਕੂਲਰ ਡਿਸਟੈਂਸ। ਹੁਣ ਬੋਲੋ। ਹੁਣ ਵੈਲੋਸਿਟੀ ਜਿਹੜੀ ਹੈ ਉੱਪਰ ਨੂੰ ਹੈ ਤਾਂ ਇਹਦੇ ਨਾਲ ਆ ਚੀਜ਼ 90 ਡਿਗਰੀ ਨਹੀਂ ਬਣ ਰਹੀ। ਡਾਇਗਰਾਮ 'ਚ ਧਿਆਨ ਨਾਲ ਦੇਖਾਂਗੇ ਤਾਂ ਇਸ ਪੁਆਇੰਟ ਦੇ ਵਿੱਚ ਜਿਹੜਾ ਪਰਪੈਂਡੀਕੂਲਰ ਡਿਸਟੈਂਸ ਹੈ ਉਹ 2 ਮੀਟਰ ਦਾ ਹੈ। क्लियर। ਸਰ ਜਿਹੜਾ ਆਪਣਾ ਫਾਰਮੂਲਾ ਸਰ ਇਹਦੇ ਵਿੱਚ r ਕੀ ਰੇਡੀਅਸ यस रेडियस ऑफ रोटेशन है 2 मीटर इज आर रेडियस। आप परपेंडिकुलर डिस्टेंस ਨੂੰ ਹੀ ਆਪਾਂ r ਕਹਿੰਦੇ ਹੁੰਦੇ ਆ। ਠੀਕ ਹੈ। ਕੱਲ ਕਰਾਇਆ ਤਾਂ ਸਾਰਾ ਤਾਂ ਹੀ ਤਾਂ ਮੈਂ ਐਂ ਜਲਦੀ ਕਰਾ ਰਿਹਾ ਸੀ ਕਿ ਕੱਲ ਸਾਰਾ ਕੀਤਾ ਤੁਹਾਡੇ ਮਾਈਂਡ 'ਚ ਹੋਣਾ ਚਾਹੀਦਾ। ਚਲੋ ਆਹ ਵਾਲਾ ਚੀਜ਼ ਕਲੀਅਰ ਹੈ ਤਾਂ ਨੈਕਸਟ ਵਾਲਾ ਕੁਐਸਚਨ ਦੇਖੋ। ਨੈਕਸਟ ਵਾਲੇ 'ਚ ਕੀ ਕਰਨਾ ਆਪਾਂ ਨੇ ਜਿਹੜਾ ਕੰਪੋਨੈਂਟ 90 ਬਣਾਊਗਾ ਉਹ ਕੰਪੋਨੈਂਟ ਲੈਣਾ। ਠੀਕ ਹੈ। ਤਾਂ ਆਪਣੇ ਕੋਲ 10 kg ਮੀਟਰ ਪਰ ਸੈਕਿੰਡ ਇਹਦੇ ਯੂਨਿਟਸ ਤੋਂ ਕੀ ਪਤਾ ਲੱਗ ਰਿਹਾ ਕਿ ਇਹ ਮੋਮੈਂਟਮ ਹੈ ਲੀਨੀਅਰ ਵਾਲਾ। ਸਾਰਿਆਂ ਨੂੰ ਕਲੀਅਰ। kg मीटर पर सेकेंड इज अ यूनिट फॉर मोमेंटम। ਤਾਂ ਜਿੱਥੇ ਨਾਲ ਐਂਗਲ ਹੋਊਗਾ ਉਹ ਕੀ ਟਰਮ ਬਣ ਜਾਂਦੀ ਹੈ p cos ਥੀਟਾ। ਜਿਹਦੇ ਨਾਲ ਨਹੀਂ ਹੁੰਦਾ ਉਹ ਕੀ ਬਣ ਜੂ p sin ਥੀਟਾ। ਸਾਰਿਆਂ ਨੂੰ ਕਲੀਅਰ। ਹੁਣ p sin ਥੀਟਾ ਬਾਡੀ ਨੂੰ ਬਾਹਰ ਨੂੰ ਖਿੱਚ ਰਿਹਾ ਹੈ ਤਾਂ ਉਹਦੇ ਕਾਰਨ l ਕਿੰਨਾ ਹੋ ਗਿਆ 0। p cos ਥੀਟਾ ਰੋਟੇਟ ਕਰਾ ਰਿਹਾ ਤਾਂ l ਕਿਹਦੇ ਕਾਰਨ ਹੋਊਗੀ ਡਿਊ ਟੂ p cos ਥੀਟਾ। ਹੁਣ ਮੈਂ ਸਿਰਫ p cos ਥੀਟਾ ਕਿਉਂ ਲਿਖ ਰਿਹਾ ਇੱਥੇ ਬਿਕੋਜ਼ ਮੈਂ ਇਹ ਫੀਲ ਕਰਾਣਾ ਹੈ कि जो फॉर्मूला होंगे अपने को आर पी साइन थीटा वो स्टैंडर्ड फॉर्मूला नहीं है। लॉजिक समझो अपने को पी कॉस थीटा ऊपर है। हूँ पी कॉस थीटा नाल ही आ वाला डिस्टेंस का 90 डिग्री बन रहा सारे दिख रहा है विजिबल है। जोड़ा 90 डिग्री बन रहा वो पी कॉस थीटा नाल बन रहा कितना डिस्टेंस है 5 मीटर।
ਤਾਂ ਪੀ cos ਥੀਟਾ ਕੀ ਹੈ ਆਪਣੇ ਕੋਲ, ਪੀ cos ਥੀਟਾ 90 ਡਿਗਰੀ ਬਣਾ ਰਿਹਾ ਹੈ 5 ਮੀਟਰ ਨਾਲ, ਠੀਕ ਹੈ। ਕਲੀਅਰ ਸਾਰਿਆਂ ਨੂੰ ਕਿ ਪੀ cos ਥੀਟਾ ਕੀ ਹੈ, 90 ਡਿਗਰੀ ਬਣਾ ਰਿਹਾ ਹੈ 5 ਮੀਟਰ ਨਾਲ। ਤਾਂ P ਦੀ ਵੈਲਿਊ ਕਿੰਨੀ ਆਪਾਂ ਨੂੰ ਗਿਵਨ ਹੈ, ਵੀ ਸਾਰਿਆਂ ਨੂੰ ਸੁਣ ਰਿਹਾ, ਆਡੀਬਲ ਹੈ ਪ੍ਰੋਪਰਲੀ? Yes Sir. sir. 10 kg ਮੀਟਰ ਪਰ ਸੈਕਿੰਡ। cos ਥੀਟਾ ਕਿੰਨਾ ਹੈ, cos 30 ਕਿੰਨਾ ਹੁੰਦਾ, √3/2 into 5 ਦੇ ਯੂਨਿਟਸ ਕੀ ਹੈ, ਮੀਟਰ। ਹਾਂਜੀ सर ਜਿਹੜਾ ਉੱਪਰ ਲਿਖਿਆ ਹੈ ਆਹੀ ਸਰ ਇਸ ਵਿੱਚ 90 ਡਿਗਰੀ ਤਾਂ ਸਰ ਪੀ ਸਾਈਨ ਥੀਟਾ ਨਾਲ ਵੀ ਬਣਾ ਰਿਹਾ ਹੈ। P sin ਥੀਟਾ ਨਾਲ 90 ਡਿਗਰੀ ਕੀ ਚੀਜ਼ ਬਣਾ ਰਹੀ ਹੈ, ਆਪਾਂ ਨੇ ਡਿਸਟੈਂਸ ਦੇਖਣਾ ਹੈ ਕਿ ਡਿਸਟੈਂਸ ਕਿਹੜੇ ਵਾਲਾ 90 ਡਿਗਰੀ ਬਣਾ ਰਿਹਾ ਮੋਮੈਂਟਮ ਨਾਲ। P cos ਥੀਟਾ ਨਾਲ 5 ਮੀਟਰ ਆਪਾਂ ਨੂੰ ਦਿਖ ਰਿਹਾ ਹੈ, 5 ਮੀਟਰ ਇਜ਼ ਪਰਪੈਂਡੀਕੂਲਰ ਟੂ P cos ਥੀਟਾ, ਬਟ P sin ਥੀਟਾ ਰੇਡੀਅਲ ਹੈ, ਉਹ ਸੇਮ ਪੁਆਇੰਟ O ਤੋਂ P sin ਥੀਟਾ ਸਿੱਧਾ ਜਾ ਰਿਹਾ। ਲੱਗ ਗਿਆ ਪਤਾ? ਕਲੀਅਰ ਸਰ, ਓਕੇ। ਯੈਸ, ਹਾਂਜੀ ਓਕੇ ਗੁੱਡ। ਕਲੀਅਰ ਹੈ, ਬਾਕੀਆਂ ਨੂੰ ਕਲੀਅਰ ਹੈ ਬੱਚੇ? ਯੈਸ ਸਰ। Sir. ਹੁਣ ਆਪਣੇ ਕੋਲ P ਵੈਕਟਰ ਤੇ R ਵੈਕਟਰ ਦਿੱਤੇ ਆ। ਨੈਕਸਟ ਕੁਐਸਚਨ ਪਿਛਲਾ ਹੋ ਗਿਆ ਨਾ ਸਾਰਿਆਂ ਦਾ। ਹੁਣ ਆਪਣੇ ਕੋਲ P ਵੈਕਟਰ ਤੇ R ਵੈਕਟਰ ਦਿੱਤੇ ਆ, ਤਾਂ ਇਸ ਕੇਸ ਦੇ ਵਿੱਚ ਆਪਣੇ ਕੋਲ ਵੈਕਟਰ ਫਾਰਮੂਲਾ ਲੱਗੂ। ਕਿਉਂ ਲੱਗਿਆ? ਕਿਉਂਕਿ ਆਪਾਂ ਨੂੰ ਵੈਕਟਰ ਗਿਵਨ ਹੈ, ਪਿਛਲੇ 'ਚ ਵੈਕਟਰ ਨਹੀਂ ਗਿਵਨ। ਜਿਹੜਾ ਆਹ ਵਾਲਾ ਕੁਐਸਚਨ ਸੀ ਤੇ ਆਹ ਵਾਲਾ ਕੁਐਸਚਨ 'ਚ ਇਸ ਦਾ ਵੈਲਿਊਜ਼ ਗਿਵਨ ਸੀ, ਮੀਨਿੰਗ ਗਿਵਨ ਸੀ, ਬਟ ਵੈਕਟਰ ਨਹੀਂ ਗਿਵਨ ਸੀ। ਨਿਚਲੇ ਕੁਐਸਚਨ 'ਚ ਵੈਕਟਰ ਗਿਵਨ ਹੈ, ਤਾਂ ਆਪਾਂ ਇਸ 'ਚ ਵੈਕਟਰ ਫਾਰਮੈਟ ਸੋਲਵ ਕਰਾਂਗੇ। ਵੈਕਟਰ ਪ੍ਰੋਡਕਟ ਸਾਰਿਆਂ ਨੂੰ ਯਾਦ ਹੈ, A cross B ਕਿਵੇਂ ਕਰੀਦਾ ਹੁੰਦਾ, ਉਹੀ ਲੌਜਿਕ ਹੈ। ਤਾਂ L ਕੱਢਣ ਦਾ ਮੈਥਡ ਕੀ ਹੈ, ਪਹਿਲਾਂ ਆਪਾਂ ਨੇ R ਦੇ ਕੋਐਫੀਸ਼ੀਐਂਟਸ ਲਿਖਣੇ ਹੈ। ਕਿੰਨਾ ਹੋਊਗਾ 2, ਇਹਦਾ ਕਿੰਨਾ 1, ਇਹਦਾ ਕਿੰਨਾ 2। ਫਿਰ ਆਪਾਂ ਨੇ P ਦੇ ਕੋਐਫੀਸ਼ੀਐਂਟਸ ਲਿਖਣੇ ਹੈ। P ਦੇ ਕੋਐਫੀਸ਼ੀਐਂਟਸ ਕਿੰਨੇ ਹੈ, 1 1 -2। ਕਲੀਅਰ? ਤਾਂ ਇੱਥੇ ਆਪਣੇ ਕੋਲ ਆ ਜੂ I ਕੈਪ J ਤੇ K। ਦੱਸੋ ਕੀ ਗਲਤੀ ਕੀਤੀ ਮੈਨੇ ਇੱਥੇ? ਦਿਸ ਇਜ਼ I ਕੈਪ ਮਾਈਨਸ J ਕੈਪ। ਯੈਸ, ਬਿਲਕੁਲ ਸਹੀ ਹੈ, ਇੱਥੇ ਮਾਈਨਸ ਆਣਾ ਸੀ। ਯਾਦ ਹੈ ਸਾਰਿਆਂ ਨੂੰ? ਜਦੋਂ ਆਪਾਂ ਨੇ I ਦੀ ਵੈਲਿਊ ਨੂੰ ਸੋਲਵ ਕਰਨਾ ਹੈ ਤਾਂ ਆਪਾਂ ਨੇ I ਨੂੰ ਭੁੱਲ ਜਾਣਾ ਹੈ। I ਤੇ ਉਂਗਲ ਰੱਖ ਲਓ, ਕਾਪੀ ਤੇ ਤੁਸੀਂ ਲਿਖ ਰਹੇ ਹੋ, ਅਸੀਂ ਐਂ ਕਰਾਉਂਦੇ ਹੁੰਦੇ ਹਾਂ। I ਤੇ ਹੱਥ ਰੱਖ ਲਓ, I ਤੇ ਹੱਥ ਰੱਖ ਕੇ ਮੈਂ ਵੈਸੇ ਇੱਥੋਂ ਗਾਇਬ ਕਰ ਰਿਹਾ, ਠੀਕ ਹੈ। ਹੁਣ ਆਪਾਂ ਨੂੰ ਜੋ ਚੀਜ਼ ਦਿਖ ਰਹੀ ਹੈ, ਆਪਾਂ ਨੂੰ ਦਿਖ ਰਹੀ ਹੈ J ਦੇ ਨਾਲ ਕੀ ਹੈ, 1 into -2 ਹੈ, ਤਾਂ ਕੀ ਹੋ ਗਿਆ, -2 ਹੋ ਗਿਆ। ਮਾਈਨਸ ਆਪਣੇ ਵੱਲੋਂ ਲਾਣਾ ਹੈ। ਫਿਰ ਆਪਾਂ ਨੇ ਇਸ ਨੂੰ 1 into 2 ਕਰਾਂਗੇ, 2 ਆ ਜਾਊ। ਤਾਂ ਆਪਣੇ ਕੋਲ ਕਿਹਦੀ ਵੈਲਿਊ ਆ ਗਈ, ਇਹ I ਦੀ ਵੈਲਿਊ ਆ ਗਈ। ਇੱਥੇ ਕੋਐਫੀਸ਼ੀਐਂਟ ਕੀ ਸੀ, 1 ਤੇ 2। ਯਾਦ ਆ ਗਿਆ ਸਾਰਿਆਂ ਨੂੰ ਕਿਵੇਂ ਕਰਨਾ ਸੀ? ਜਦੋਂ J ਨੂੰ ਸੋਲਵ ਕਰਨਾ ਹੈ, ਫਿਰ ਕੀ ਕਰਨਾ ਹੈ ਆਪਾਂ ਨੇ, J ਵਾਲੇ ਗਾਇਬ ਕਰਨੇ ਨੇ। ਫਿਰ ਆਪਾਂ ਨੇ ਕੀ ਕਰਨਾ ਹੈਗਾ, J ਵਾਲੇ ਕੋਐਫੀਸ਼ੀਐਂਟਸ ਗਾਇਬ ਕਰਨੇ ਨੇ। ਕੀ ਰੱਖਣਾ ਹੈ, ਜੋ ਦਿਖ ਰਿਹਾ, 1 ਨੂੰ -2 ਤੇ ਕੀਤਾ, -2 ਆ ਗਿਆ। 2 ਨੂੰ 2 ਤੇ ਕੀਤਾ, ਕਿੰਨਾ ਆ ਗਿਆ, ਮਾਈਨਸ ਤਾਂ ਆਪਣੇ ਵੱਲੋਂ ਲਿਖਣਾ ਹੀ ਲਿਖਣਾ ਹੈ। 2 ਨੂੰ 2 ਤੇ ਕੀਤਾ, 4 ਆ ਗਿਆ। ਇੱਥੇ ਆਪਣੇ ਕੋਲ ਹੈ 1 ਤੇ 1 ਹੈ, ਠੀਕ ਹੈ। ਫਿਰ ਆਪਣੇ ਕੋਲ ਆ ਜਾਂਦਾ ਹੈਗਾ K ਵਾਲਾ। ਆ K ਵਾਲੇ ਗਾਇਬ ਕਰਤੇ। ਹੁਣ ਕੀ ਕਰਨਾ ਹੈ, 1 ਨੂੰ 1 ਕੀਤਾ, 1 ਮਾਈਨਸ, Sir. 2 ਨੂੰ 1 ਕੀਤਾ 2। Sir I ਦਾ 2 1 ਸੀਗਾ। ਹਾਂਜੀ ਕਿਤੇ Sir I ਦੇ Sir I ਦੇ 2 ਤੇ 1 ਸੀ। I ਤੇ 2 ਤੇ 1 ਉਲਟਾ ਲਿਖਿਆ ਮੈਂ। ਯੈਸ 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 ਯੈਸ, ਮੈਂ ਪੁੱਠਾ ਲਿਖਿਆ। ਚਲੋ ਕਰ ਲੈਂਦੇ ਕਰੈਕਟ। 2 ਤੇ 1 ਤੇ ਇਹਦਾ ਆਪਣੇ ਕੋਲ R ਦਾ ਹੈਗਾ +2, K ਦਾ -2, ਠੀਕ ਹੈ। ਚੈੱਕ ਕਰ ਲੈਂਦੇ ਕੈਲਕੂਲੇਸ਼ਨ ਸਹੀ ਹੈ ਕਿ ਨਹੀਂ। -2 ਸਹੀ ਹੈ, ਮਾਈਨਸ ਜੇ ਕੀਤਾ 2 into -2, ਇੱਥੇ 4 ਆਣਾ ਸੀ, ਇੱਥੇ ਚੇਂਜ ਹੋ ਜਾਊਗਾ। ਇੱਥੇ ਬਣ ਜਾਓ ਆਪਣੇ ਕੋਲ 2 into -2 that is -4 minus 1 into 2 is 2। ਫਿਰ K ਰੱਖਿਆ, K ਤੇ ਹੱਥ ਰੱਖਿਆ ਤਾਂ 2 into 2 -1।
ਅੱਛਾ ਬਾਕੀਆਂ ਨੂੰ ਸਾਰਿਆਂ ਨੂੰ ਕਲੀਅਰ ਹੈ ਕੀ ਗਲਤੀ ਕੀਤੀ ਸੀ ਮੈਨੇ ਲੌਜਿਕ ਸਾਰਿਆਂ ਨੂੰ ਹਾਂਜੀ ਯਾਦ ਹੈ ਨਾ ਯੈਸ ਸਰ ਤੇ ਉਹ ਜੋ -4i ਮਾਈਨਸ ਕੀਤਾ 6 ਤਾਂ ਬਣ ਗਿਆ +6j ਪਲੱਸ k ਕੈਪ ਇਹ ਆਪਣੇ ਕੋਲ ਕਿਹਦੀ ਵੈਲਿਊ ਹੈ ਦਿਸ ਇਜ਼ l ਵੈਕਟਰ ਹੁਣ ਕਲੀਅਰ ਹੈ ਸਾਰਿਆਂ ਨੂੰ ਹੁਣ ਪਤਾ ਲੱਗਿਆ ਕਿ ਆਪਣੇ ਕੋਲ r ਕ੍ਰੋਸ p ਕਿੱਥੇ ਲਗਾਉਣਾ ਹੈ ਤੇ p ਇਨਟੂ ਪਰਪੈਂਡੀਕੂਲਰ ਡਿਸਟੈਂਸ ਕਿੱਥੇ ਲਗਾਉਣਾ ਹੈ ਸਰ ਹਾਂਜੀ ਸਰ ਜਿੱਥੇ ਸਰ ਤੁਹਾਨੇ ਹਾਂ ਫਾਰਮੂਲਾ ਲਿਖਿਆ ਸੀ L ਵੈਕਟਰ ਇਜ਼ ਇਕੁਅਲਸ ਟੂ R ਵੈਕਟਰ ਇਨਟੂ P ਵੈਕਟਰ ਸਰ ਆਪਾਂ ਇੱਥੇ P ਵੈਕਟਰ ਇਨਟੂ R ਵੈਕਟਰ ਵੀ ਤਾਂ ਲਿਖ ਸਕਦੇ ਹਾਂ ਲਿਖ ਸਕਦੇ ਹਾਂ ਬਟ ਨਹੀਂ ਹੈ ਰੂਲ ਹੈ ਇਹੀ ਦੀ ਖਾਸੀਅਤ ਹੈ ਜਿਵੇਂ ਆਪਣੇ ਕੋਲ ਟਾਰਕ ਹੁੰਦਾ ਹੈ ਟੋ ਨੂੰ ਲਿਖ ਦਿੰਦੇ ਆ ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ ਬਟ ਵੈਕਟਰ ਫਾਰਮ ਦੇ ਵਿੱਚ ਕੀ ਲਿਖ ਦਿੰਦੇ ਆ r ਕ੍ਰੋਸ f ਇਹ ਵੀ ਰੂਲ ਹੈ ਫਿਜ਼ਿਕਸ ਦੇ ਰੂਲ ਨੇ ਕੁਝ ਚੀਜ਼ਾਂ ਯਾਦ ਰੱਖਣੀਆਂ ਪੈਣਗੀਆਂ ਕੁਝ ਚੀਜ਼ਾਂ ਲੌਜੀਕਲੀ ਨੇ ਕੁਝ ਨਾ ਬਾਈ ਡਿਫਾਲਟ ਨੇ ਜਿਵੇਂ ਆਪਾਂ ਐਂਟੀ ਕਲੌਕਵਾਈਜ਼ ਨੂੰ ਪੋਜ਼ਿਟਿਵ ਲੈਂਦੇ ਆ ਕਲੌਕਵਾਈਜ਼ ਨੂੰ ਨੈਗੇਟਿਵ ਲੈਂਦੇ ਆ ਇਹ ਬਾਈ ਡਿਫਾਲਟ ਨੇ ਇਹ ਆਪਾਂ ਨੇ ਮਤਲਬ ਆਪਾਂ ਨਹੀਂ ਐਜ਼ਿਊਮ ਕੀਤੀਆਂ ਜਿਨ੍ਹਾਂ ਨੇ ਡਿਜ਼ਾਈਨ ਕੀਤਾ ਉਹਨਾਂ ਨੇ ਪਹਿਲਾਂ ਐਜ਼ਿਊਮ ਕਰਕੇ ਰੱਖਿਆ ਨੇ ਕਿ ਇਹ ਚੀਜ਼ ਲੈਟ ਕਰ ਲਈ ਤਾਂ ਉਸ ਤੋਂ ਬਾਅਦ ਸਾਰੀ ਸਟੱਡੀ ਉਹਦੇ ਬੇਸ ਤੇ ਹੁੰਦੀ ਹੈ ਠੀਕ ਹੈ ਤਾਂ ਇਸ 'ਚ ਯਾਦ ਰੱਖਣ ਦਾ ਤਰੀਕਾ ਵੀ ਇਹੀ ਹੈ ਕਿ ਆਪਾਂ ਨੇ ਲਿਖਣਾ ਪਹਿਲਾਂ ਹੁੰਦਾ f ਇੰਟੂ ਪਰਪੈਂਡੀਕੂਲਰ ਡਿਸਟੈਂਸ ਬਟ ਵੈਕਟਰ ਫਾਰਮੈਟ 'ਚ r ਇੰਟੂ f ਹੁੰਦਾ ਸਿਮਿਲਰਲੀ l ਕੀ ਹੁੰਦਾ ਆਪਣੇ ਕੋਲ r ਕ੍ਰੋਸ f r ਕ੍ਰੋਸ p ਹੁੰਦਾ ਸੇਮ ਹੋ ਗਿਆ ਕੋਈ ਫਰਕ ਨਹੀਂ ਹਾਂਜੀ ਫਾਈਨ ਕੀ ਕਹਿ ਰਹੇ ਸੀ ਬੱਚੇ ਸਰ -j ਹੁੰਦਾ -j ਰੂਲ ਹੈ ਫਾਰਮੂਲੇ 'ਚ ਹੀ ਹੁੰਦਾ ਫਾਰਮੂਲੇ 'ਚ ਹੀ ਹੁੰਦਾ ਰੂਲ ਹੈ ਸਰ ਹਾਂਜੀ ਸਰ ਜੇ ਫਾਰਮੂਲੇ 'ਚ ਪਹਿਲਾਂ R ਲਿਖਿਆ ਹੈ ਤਾਂ ਆਪਾਂ ਉਹਦੇ 'ਚ ਆਪਣੇ ਕ੍ਰਾਸ ਪ੍ਰੋਡਕਟ 'ਚ ਵੀ R ਦੇ ਪਹਿਲਾਂ ਲਿਖਾਂਗੇ ਯੈਸ ਇਸੇ ਲਈ ਤਾਂ ਆਪਾਂ ਨੇ r ਦੇ ਕੋਫੀਸ਼ੀਐਂਟਸ ਯਾਦ ਕਰੋ ਹੁਣ ਮੈਨੇ ਕੀ ਕੀਤੀ ਸੀ ਗਲਤੀ p ਉੱਪਰ ਲਿਖਿਆ ਹੋਇਆ ਸੀ r ਨੀਚੇ ਸੀ ਮੈਨੇ ਕੀ ਕਰਤਾ ਮੈਨੇ ਕੋਫੀਸ਼ੀਐਂਟਸ ਗਲਤੀ ਨਾਲ ਚੇਂਜ ਕਰਤੇ ਆਨਸਰ ਵੀ ਤਾਂ ਚੇਂਜ ਹੋ ਗਿਆ ਸੀ ਤਾਂ ਵੈਲਿਊ ਤਾਂ ਆਟੋਮੈਟਿਕਲੀ ਚੇਂਜ ਹੋਣਗੀਆਂ r ਪਹਿਲਾਂ ਲਿਖਣ ਦਾ ਮਤਲਬ ਇਹੀ ਹੈ ਕਿ r ਦੇ ਜੋ ਕੋਫੀਸ਼ੀਐਂਟ ਹੈ ਉਹਨਾਂ ਨੂੰ ਆਪਾਂ ਪਹਿਲਾਂ ਲਿਖਾਂਗੇ ਫੋਰਸ ਕਿੰਨੀ ਹੈ ਆਪਣੇ ਕੋਲ 2i -j plus k this is in newton this is in meter ਤਾਂ ਆਪਾਂ ਨੇ ਫਾਈਂਡ ਕਰਨੀ ਹੈ ਟਾਰਕ ਕਰ ਦਿਓ ਜਲਦੀ ਜਲਦੀ ਲੈਟਸ ਸੀ ਕਿਹੜੇ ਕਰਦੇ ਹੋ ਫਾਰਮੂਲਾ ਲੱਗੂਗਾ r ਕ੍ਰੋਸ f ਵਾਲਾ ਸਰ ਅਸੀਂ ਕਰਨਾ ਇਹ ਕਰੋ ਤੁਸੀਂ ਕਰਨਾ ਹੈ ਤਾਂ ਟੋਕਿਓ ਜੋ ਆਪਣੇ ਕੋਲ ਇਟ ਵੁੱਡ ਬੀ r ਕ੍ਰੋਸ f i cap -j cap plus k cap ਤਾਂ r ਦਾ ਆਪਣੇ ਕੋਲ ਹੋ ਜਾਊਗਾ ਕੋਫੀਸ਼ੀਐਂਟ ਕਿੰਨਾ 1 r ਦਾ ਕੋਫੀਸ਼ੀਐਂਟ ਹੋ ਜਾਊਗਾ 1 2 ਐਂਡ 4 f ਦਾ ਹੋ ਜਾਊਗਾ 2 -1 ਤੇ 1 ਠੀਕ ਹੈ i ਨੂੰ ਰੱਖਾਂਗੇ -j ਨੂੰ ਰੱਖਾਂਗੇ प्लस k ਨੂੰ ਰੱਖਾਂਗੇ ਤਾਂ ਇਹ ਬਣ ਜਾਊਗਾ 2 into 1 that is 2 -4 ਫਿਰ j ਨੂੰ ਰੱਖਿਆ ਇੱਥੇ 1 ਨੂੰ 1 ਤੇ ਕੀਤਾ 1 -2 ਨੂੰ 4 ਤੇ ਕੀਤਾ 8 k ਰੱਖਿਆ ਤਾਂ 1 -1 -1 2 into 2 4 ਤੇ ਬਣ ਜਾਊਗਾ ਆਪਣੇ ਕੋਲ 6i plus 7j minus 5k कितना मैच आंसर किसी का आंसर मैच कितना ਸਰ ਮੇਰਾ ਸਰ गुड ਮੇਰਾ ਕੀਤਾ ਜੀ कर गया गुड 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 ਯੈਸ ਸਰ ਮੇਰਾ ਆਨਸਰ ਮੈਚ ਕੀਤਾ ਹੈ कर गया सर मैच गुड ਮੈਕਸਿਮਮ ਬੱਚਿਆਂ ਨੂੰ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਹੈ ਕਿ ਕਰਨੀ ਕਿਵੇਂ ਇਸੇ ਲਈ ਮੈਂ ਕਹਿੰਦਾ ਸੀ ਕਿ ਜਿਹੜਾ ਆਪਣੇ ਕੋਲ ਲੌਜਿਕ ਹੈਗਾ ਉਹਦਾ ਵੈਕਟਰਸ ਦਾ ਕਾਇਨਾਮੈਟਿਕਸ ਦਾ ਉਹ ਸਾਰਾ ਤੁਹਾਡਾ ਯੂਜ਼ ਹੋਣਾ ਨਜਾਇਜ਼ ਵਾਲਾ ਉਹੀ ਆ ਯੂਜ਼ ਹੋ ਰਿਹਾ ਬਾਰ-ਬਾਰ ਇੱਕੋ ਚੀਜ਼ ਯੂਜ਼ ਹੋ ਰਹੀ ਹੈ ਆਪਣਾ ਕਦੀ ਕ੍ਰਾਸ ਪ੍ਰੋਡਕਟ ਆ ਜਾਂਦਾ ਕਦੀ ਡਾਟ ਆ ਜਾਂਦਾ ਕਦੀ ਕੀ ਕਰਨਾ ਵਰਕ ਵਾਲੇ 'ਚ ਕੀ ਕੀਤਾ ਸੀ ਆਪਾਂ ਨੇ ਡਾਟ ਪ੍ਰੋਡਕਟ ਕੀਤਾ ਸੀਗਾ ਇਹਦੇ 'ਚ ਕੀ ਕਰ ਰਹੇ ਆਪਾਂ ਕ੍ਰਾਸ ਪ੍ਰੋਡਕਟ ਕਰ ਰਹੇ ਹਾਂ ਐਂਡ ਜੇ ਤੁਸੀਂ ਬੁੱਕ 'ਚ ਧਿਆਨ ਨਾਲ ਦੇਖੋਗੇ ਤੁਹਾਡਾ ਹੋਮਵਰਕ ਚੈੱਕ ਕਰਿਓ ਤੁਹਾਨੂੰ ਕ੍ਰਾਸ ਪ੍ਰੋਡਕਟ ਦੇ ਕੁਐਸਚਨ ਮਿਲਣਗੇ
याद करो जो वैक्टर च मैंने प्रॉब्लम दित्तियां सी ना प्रैक्टिस वास्ते क्रॉस प्रोडक्ट ਦੀਆਂ ਇਹੀ ਸੀਗੀਆਂ ਤਾਂ ਇੱਕ ਤਾਂ ਤੁਹਾਡਾ ਹੋਮਵਰਕ ਦੇ ਵਿੱਚ ਆ ਵਾਲੇ ਕੁਐਸਚਨ ਸਾਰਿਆਂ ਨੇ ਪ੍ਰੈਕਟਿਸ ਕਰਨੇ ਆ ਦੁਬਾਰਾ ਆਪਾਂ ਰਿਪੀਟ ਕਰ ਲਾਂਗੇ ਪ੍ਰੋਬਲਮਸ ਪੁੱਛ ਲਿਓ ਮੇਰੇ ਤੋਂ ਠੀਕ ਹੈ ਇੱਕ ਵਾਰ ਤੋਂ ਕੱਢ ਲਿਓ ਦੂਸਰਾ ਮੈਂ ਅੱਜ ਕਲਾਸ ਤੋਂ ਬਾਅਦ ਦੇਖਦਾ ਤੁਹਾਨੂੰ ਹੋਮਵਰਕ ਦੇਣਾ ਇਹਦਾ ਹੁਣ ਆਪਣਾ ਇੱਕ ਲਾਸਟ ਟੌਪਿਕ ਹੈ ਫਿਰ ਵੇਲੇ 5 ਮਿੰਟ ਦਾ ਟੌਪਿਕ ਹੈ ਰਿਲੇਸ਼ਨ ਬਿਟਵੀਨ ਟੌ ਐਂਡ ਐਲ ਪਹਿਲਾਂ ਦੱਸ ਦਿੰਦਾ ਰਿਲੇਸ਼ਨ ਹੋਊਗਾ ਕੀ ਧਿਆਨ ਨਾਲ ਸਮਝਿਓ ਨਿਊਟਨ ਸੈਕਿੰਡ ਲਾਅ ਕੀ ਕਹਿੰਦਾ ਆਪਣੇ ਕੋਲ F ਇਜ਼ ਇਕੁਅਲ ਟੂ dp/dt ਹੁੰਦਾ ਯਾਦ ਹੈ ਸਾਰਿਆਂ ਨੂੰ ਤਾਂ ਜੇ ਆਪਣੇ ਕੋਲ F ਲੀਨੀਅਰ ਹੈ P ਵੀ ਤਾਂ ਲੀਨੀਅਰ ਹੈ ਇਹ ਹੋ ਗਿਆ ਲੀਨੀਅਰ ਵਾਲਾ ਤਾਂ ਫੋਰਸ ਦੀ ਜਗ੍ਹਾ ਤੇ ਰੋਟੇਸ਼ਨ 'ਚ ਕੀ ਆਉਂਦਾ ਟਾਰਕ P ਹੁੰਦਾ ਲੀਨੀਅਰ ਤਾਂ P ਲੀਨੀਅਰ ਦੀ ਜਗ੍ਹਾ ਤੇ ਕੀ ਆ ਜਾਂਦਾ ਐਂਗੂਲਰ L ਆਪਣੇ ਆ ਚੀਜ਼ ਪ੍ਰੂਵ ਕਰਨੀ ਹੈ ਸਰ ਆਵਾਜ਼ ਸਹੀ ਨਹੀਂ ਆ ਰਹੀ ਜਿਵੇਂ ਆਪਣੇ ਕੋਲ ਨਿਊਟਨ ਸੈਕਿੰਡ ਲਾਅ 'ਚ F ਇਜ਼ ਇਕੁਅਲ ਟੂ dp/dt ਹੁੰਦਾ ਹੈ ਉਵੇਂ ਹੀ ਆਪਣੇ ਕੋਲ ਟੌ ਇਜ਼ ਇਕੁਅਲ ਟੂ dl/dt F ਹੁੰਦਾ ਲੀਨੀਅਰ ਦੇ ਵਿੱਚ ਟੌ ਹੁੰਦਾ ਐਂਗੂਲਰ ਦੇ ਵਿੱਚ P ਹੁੰਦਾ ਲੀਨੀਅਰ ਦੇ ਵਿੱਚ L ਹੁੰਦਾ ਐਂਗੂਲਰ ਦੇ ਵਿੱਚ ਸਿੰਪਲ F ਇਜ਼ ਲੀਨੀਅਰ ਫੋਰਸ ਟਾਰਕ ਇਜ਼ ਟੌ ਇਜ਼ ਟਾਰਕ P ਇਜ਼ ਲੀਨੀਅਰ ਮੋਮੈਂਟਮ L ਇਜ਼ ਐਂਗੂਲਰ ਮੋਮੈਂਟਮ ਆਪਾਂ ਨੇ ਇਹ ਚੀਜ਼ ਪ੍ਰੂਵ ਕਰਨੀ ਹੈ ਠੀਕ ਹੈ ਆਪਾਂ ਕਿਵੇਂ ਕਰਾਂਗੇ ਦੇਖ ਲਓ ਨਾਲ ਨਾਲ ਨੋਟ ਕਰੀ ਚਲੋ ਬਾਈ ਡੈਫੀਨੇਸ਼ਨ ਆਪਣੇ ਕੋਲ L ਕਿਹਦੇ ਇਕੁਅਲ ਹੁੰਦਾ ਹੈ ਇਟ ਇਜ਼ ਇਕੁਅਲ ਟੂ R ਕ੍ਰਾਸ P ਇਹੀ ਕੀਤਾ ਆਪਾਂ ਨੇ ਬਾਈ ਡੈਫੀਨੇਸ਼ਨ L ਇਜ਼ ਇਕੁਅਲ ਟੂ R ਕ੍ਰਾਸ P ਫਿਰ ਆਪਾਂ ਕੀ ਕਰਾਂਗੇ ਡਿਫਰੈਂਸ਼ੀਏਟਿੰਗ ਬੋਥ ਸਾਈਡਸ with respect to time the time ਦੇ with respect to ਆਪਾਂ ਨੇ ਡੈਰੀਵੇਟਿਵ ਕਰਨਾ ਹੈ ਤਾਂ ਆਪਣੇ ਕੋਲ ਕੀ ਆ ਜੂ dl/dt is equal to d/dt of r cross p ਹੁਣ ਜੇ ਵੈਕਟਰ ਦਾ ਲੌਜਿਕ ਯਾਦ ਹੈ ਆਪਾਂ ਕਰਦੇ ਹੁੰਦੇ ਆ a cross b ਜੋ ਹੁੰਦਾ ਹੈਗਾ ਜੇ ਇਹ ਅਪਵਰਡ ਹੈ ਇਹ ਇਕੁਅਲ ਨਹੀਂ ਹੁੰਦਾ b cross a ਦੇ ਯਾਦ ਹੈ ਸਾਰਿਆਂ ਨੂੰ ਕਿਉਂਕਿ a cross b ਅਪਵਰਡ ਸੀਗਾ b cross a ਡਾਊਨਵਰਡ ਸੀ ਦਾ ਡਾਇਰੈਕਸ਼ਨ ਆਪੋਜ਼ਿਟ ਸੀ n ਕੈਪ ਦੀ ਠੀਕ ਹੈ ਫਿਰ ਆਪਣੇ ਕੋਲ ਹੁੰਦਾ ਡਿਫਰੈਂਸੀਏਸ਼ਨ ਦਾ ਫਾਰਮੂਲਾ ਪ੍ਰੋਡਕਟ ਰੂਲ mn ਦੋਨਾਂ ਦਾ ਪ੍ਰੋਡਕਟ ਕੀ ਹੁੰਦਾ mn ਪਲੱਸ mn ਇੱਕ ਵਾਰ n ਦਾ ਕਰ ਲਓ ਇੱਕ ਵਾਰ m ਦਾ ਕਰ ਲਓ ਯਾਦ ਹੈ ਸਾਰਿਆਂ ਨੂੰ ਯਾਦ ਹੈ ਪ੍ਰੋਡਕਟ ਰੂਲ ਕੀ ਸੀਗਾ ਆਪਣੇ ਕੋਲ ਦੋ ਚੀਜ਼ਾਂ ਦਾ ਪ੍ਰੋਡਕਟ ਹੈ ਦੋਨਾਂ ਦਾ ਡੈਰੀਵੇਟਿਵ ਕਰਨਾ ਹੈ ਤਾਂ ਕੀ ਕਰਾਂਗੇ ਦੋਨਾਂ ਨੂੰ ਲਿਖ ਲਾਂਗੇ ਇੱਕ ਵਾਰ ਇੱਕ ਦਾ ਡੈਰੀਵੇਟਿਵ ਦੂਸਰੇ ਵਾਰ ਦੂਸਰਾ ਡੈਰੀਵੇਟਿਵ ਕਲੀਅਰ ਹੁਣ ਇਸ ਨੂੰ ਲਿਖਣਾ ਕਿਵੇਂ ਹੈ ਹੁਣ ਇਹਦੇ 'ਚ ਕੀ ਕਰਨਾ ਹੈ ਆਹ ਰੂਲ ਚੱਕਾਂਗੇ ਆਪਾਂ ਤਾਂ ਜਿਵੇਂ ਮਰਜ਼ੀ ਲਿਖ ਸਕਦੇ ਹਾਂ ਇਸ ਨੂੰ ਲਿਖ ਲਓ ਚਾਹੇ r ਕ੍ਰਾਸ dp/dt ਆਪਾਂ ਨੇ ਕੀ ਕੀਤਾ ਪਹਿਲਾਂ d ਦਾ ਕਰ ਲਿਆ ਪਲੱਸ dr/dt ਜੋ ਵੀ ਇਹਦਾ ਰਿਜ਼ਲਟ ਆਊਗਾ into p ਧਿਆਨ ਨਾਲ ਦੇਖੋ ਕੀ ਕੀਤਾ ਮੈਨੇ ਅੱਗੇ ਪਿੱਛੇ ਨਹੀਂ ਕਰਨਾ ਜੇ ਕ੍ਰਾਸ ਪਾ ਕੇ p ਰਾਈਟ ਸਾਈਡ ਲਿਖਿਆ ਤਾਂ ਉਹ ਰਾਈਟ ਤੇ ਹੀ ਰਹੂਗਾ ਲੈਫਟ ਤੇ ਨਹੀਂ ਜਾ ਸਕਦਾ ਕਿਉਂ ਨਹੀਂ ਜਾ ਸਕਦਾ ਬਿਕੋਜ਼ ਇਕੁਅਲ ਨਹੀਂ ਹੁੰਦੇ ਕੁਆਂਟੀਟੀ ਦਾ ਸਟੈਪ ਸਮਝਾਇਆ ਪ੍ਰੋਡਕਟ ਰੂਲ ਕਿਵੇਂ ਅਪਲਾਈ ਕੀਤਾ ਪ੍ਰੋਡਕਟ ਰੂਲ ਸਰ ਇੱਕ ਵਾਰੀ ਸਟੈਪ ਉਹ ਕਰ ਦਿਓ ਆਪਣੇ ਕੋਲ ਦੋ ਚੀਜ਼ਾਂ ਦਾ ਪ੍ਰੋਡਕਟ ਹੁੰਦਾ ਹੈ ਲੈਟਸ ਸੇ x y ਹੈ ਦੋਨਾਂ ਦਾ ਡੈਰੀਵੇਟਿਵ ਹੈ ਇਕੱਠਾ ਤਾਂ ਆਪਾਂ ਕਿਵੇਂ ਲਿਖ ਸਕਦੇ ਹਾਂ xy ਪਲੱਸ xy ਇੱਕ ਵਾਰ y ਦਾ ਡੈਰੀਵੇਟਿਵ ਇੱਕ ਵਾਰ x ਦਾ ਡੈਰੀਵੇਟਿਵ ਯਾਦ ਆ ਗਿਆ ਫਾਰਮੂਲਾ ਇਸ ਜਗ੍ਹਾ ਤੇ ਕੀ ਕੀਤਾ r ਤੇ p ਦੋ ਚੀਜ਼ਾਂ ਨੇ ਪਹਿਲਾਂ ਮੈਂ ਕੀ ਕੀਤਾ p ਦਾ ਡੈਰੀਵੇਟਿਵ ਕੀਤਾ ਤਾਂ p ਦਾ ਡੈਰੀਵੇਟਿਵ ਕਰ ਲਿਆ ਬਟ ਕਿਵੇਂ ਕੀਤਾ dy/dt ਨੂੰ p ਨਾਲ ਲੈ ਕੇ ਗਿਆ ਪਹਿਲੇ ਸਟੈਪ 'ਚ ਕਲੀਅਰ r ਨੂੰ ਬਾਹਰ ਰੱਖਿਆ ਕ੍ਰਾਸ ਨੂੰ ਛੇੜਖਾਨੀ ਨਹੀਂ ਕਰਨੀ ਪਲੱਸ ਫਿਰ ਇੱਕ ਸਟੈਪ 'ਚ ਆਪਾਂ ਨੇ p ਦਾ ਕਰ ਲਿਆ ਦੂਜੇ ਸਟੈਪ 'ਚ r ਦਾ ਕਰਾਂਗੇ ਤਾਂ dr/dt ਜੋ ਵੀ ਰਿਜ਼ਲਟ ਹੈ ਕ੍ਰਾਸ ਪ੍ਰੋਡਕਟ ਇਨਟੂ p ਹੁਣ ਕਲੀਅਰ ਹੈ ਓਕੇ ਸਰ ਕਲੀਅਰ ਜਿਵੇਂ ਆਪਾਂ ਨੇ ਆ ਲਿਖਿਆ ਫਾਰਮੂਲਾ ਪ੍ਰੋਡਕਟ ਰੂਲ ਵਾਲਾ ਉਹੀ ਇੱਥੇ ਅਪਲਾਈ ਕੀਤਾ ਹੁਣ ਆਪਣੇ ਕੋਲ ਬਾਈ ਡੈਫੀਨੇਸ਼ਨ dp/dt ਕਿਹਦੇ ਇਕੁਅਲ ਹੁੰਦਾ ਹੈ ਫੋਰਸ ਦੇ ਪਤਾ ਹੈ ਹੁਣੀ ਉੱਪਰ ਲਿਖਿਆ ਸੀਗਾ ਐਂਡ dr/dt ਕਿਹਦੇ ਇਕੁਅਲ ਹੁੰਦਾ ਹੈ ਵੈਲੋਸਿਟੀ ਦੇ ਯਾਦ ਹੈ ਸਾਰਿਆਂ ਨੂੰ ਫਾਰਮੂਲਾ ਤਾਂ ਆਪਣੇ ਕੋਲ dl/dt ਤਾਂ ਲੈਫਟ ਸਾਈਡ ਹੀ ਪਿਆ ਕਿਹਦੇ ਇਕੁਅਲ ਹੋ ਜੂ r ਕ੍ਰਾਸ dp/dt ਜਗ੍ਹਾ ਤੇ ਆ ਜੂ f ਪਲੱਸ dr/dt ਜਗ੍ਹਾ ਤੇ ਆ ਜੂ v ਕ੍ਰਾਸ p ਤਾਂ ਇੱਕ ਆ ਟਰਮ ਬਣ ਗਈ ਇੱਕ ਆ ਟਰਮ ਬਣ ਗਈ ਸਮਝ ਆ ਗਿਆ ਸਾਰਿਆਂ ਨੂੰ
ਡੀਪੀ ਬਾਈ ਡੀਟੀ ਜਗ੍ਹਾ ਤੇ ਕੀ ਲਿਖ ਲਿਆ ਆਪਾਂ ਨੇ ਲਿਖ ਲਿਆ ਡੀਪੀ ਬਾਈ ਡੀਟੀ ਜਗ੍ਹਾ ਤੇ ਐਫ, ਠੀਕ ਹੈ, ਤੇ ਡੀਆਰ ਬਾਈ ਡੀਟੀ ਜਗ੍ਹਾ ਤੇ ਕੀ ਲਿਖ ਲਿਆ ਆਪਾਂ ਨੇ ਵੀ ਲਿਖ ਲਿਆ। ਹੁਣ ਆਪਣੇ ਕੋਲ ਲੌਜਿਕ ਸਮਝੋ, ਪੀ ਦਾ ਫਾਰਮੂਲਾ ਕੀ ਹੁੰਦਾ ਹੈ, ਮਾਸ ਇੰਟੂ ਵੈਲੋਸਿਟੀ, ਤਾਂ ਪੀ ਵੈਕਟਰ ਕਿਹਦੇ ਕੋਲ ਜੋ ਮਾਸ ਇੰਟੂ ਵੈਲੋਸਿਟੀ ਵੈਕਟਰ ਦੇ। ਤਾਂ ਇੱਥੇ ਪੁੱਟ ਕਰਾਂਗੇ ਆਰ ਕ੍ਰੋਸ ਐਫ ਬ੍ਰੈਕਟ 'ਚ ਰੱਖਦੇ ਹਾਂ ਪਲੱਸ ਵੀ ਕ੍ਰੋਸ ਪੀ ਦੀ ਜਗ੍ਹਾ ਤੇ ਕੀ ਲਿਖ ਸਕਦੇ ਹਾਂ ਆਪਾਂ ਐਮ ਇੰਟੂ ਵੀ, ਕਿਹਦੇ ਇਕੁਅਲ ਹੈ ਡੀ ਐਲ ਬਾਈ ਡੀ ਟੀ ਦੇ। ਸਟੈਪ ਕਲੀਅਰ, ਮੇਨ ਤਾਂ ਸਟੈਪ ਹੀ ਇਹਦਾ। ਹੁਣ ਯਾਦ ਕਰੋ A ਕ੍ਰੋਸ A ਕਿਹਦੇ ਇਕੁਅਲ ਹੁੰਦਾ, ਇਹ ਸਾਰਾ ਪਿਓਰਲੀ ਆਪਣਾ ਵੈਕਟਰ ਫਾਰਮੈਟ ਯੂਜ਼ ਹੋ ਰਿਹਾ। A ਕ੍ਰੋਸ A ਕਿਹਦੇ ਇਕੁਅਲ ਹੁੰਦਾ ਇਹ ਤੇ A ਡਾਟ A ਕਿਹਦੇ ਇਕੁਅਲ ਹੁੰਦਾ, A ਡਾਟ A ਕਿਹਦੇ ਇਕੁਅਲ ਹੁੰਦਾ, ਡਾਟ ਪ੍ਰੋਡਕਟ ਚ ਲੱਗਦਾ ਹੁੰਦਾ cos ਥੀਟਾ, ਤਾਂ A ਡਾਟ A ਹੋ ਜਾਊਗਾ A cos 0, cos 0 ਕਿੰਨਾ ਹੁੰਦਾ cos 0 1, ਤਾਂ A ਡਾਟ A ਕਿੰਨਾ ਹੋ ਜਾਊਗਾ A ਸਕੁਅਰ, ਬਿਕੋਜ਼ ਡਾਟ ਪ੍ਰੋਡਕਟ ਕੀ ਹੁੰਦਾ ਆਪਣੇ ਕੋਲ cos ਥੀਟਾ, ਬਟ ਕ੍ਰਾਸ ਪ੍ਰੋਡਕਟ ਕੀ ਹੁੰਦਾ ਆਪਣੇ ਕੋਲ sin ਥੀਟਾ, ਤਾਂ sin 0 ਕਿੰਨਾ ਹੁੰਦਾ 0 ਸਟੈਪਸ 0 ਯਾਦ ਆ ਗਿਆ ਸਾਰਿਆਂ ਨੂੰ ਪ੍ਰੋਪਰਟੀ। A ਕ੍ਰਾਸ B ਕਿਹਦੇ ਇਕੁਅਲ ਹੁੰਦਾ ਆਪਣੇ ਕੋਲ A ਇੰਟੂ ਸਾਈਨ ਥੀਟਾ, ਸਾਈਨ ਥੀਟਾ ਜੋ ਹੁੰਦਾ ਉਹ ਹੁੰਦਾ ਕ੍ਰਾਸ ਪ੍ਰੋਡਕਟ ਦੇ ਵਿੱਚ, ਤਾਂ V ਕ੍ਰਾਸ V ਕਿਹਦੇ ਇਕੁਅਲ ਬਣ ਜਾਊਗਾ 0, ਮਤਲਬ ਦੋ ਸੇਮ ਕੁਆਂਟੀਟੀਜ਼ ਦਾ ਕ੍ਰਾਸ ਪ੍ਰੋਡਕਟ 0 ਹੁੰਦਾ, ਬਿਕੋਜ਼ V ਤੇ V ਚ ਐਂਗਲ ਕਿੰਨਾ ਹੋ ਜਾਊਗਾ 0। ਕਲੀਅਰ ਸਾਰਿਆਂ ਨੂੰ? ਸੋ yes sir V ਕ੍ਰਾਸ V ਵੁੱਡ ਬੀ 0, ਆ ਚੀਜ਼ ਦਾ ਧਿਆਨ ਰੱਖਿਓ ਆਪਣਾ, ਠੀਕ ਹੈ। ਇਸ ਲਈ ਮੈਂ ਕਿਹਾ ਕਿ ਉਹਦਾ ਜਿਹੜਾ ਤੁਹਾਨੂੰ ਵੈਕਟਰ ਚੈਪਟਰ 'ਚ ਕਰਵਾਇਆ ਹੋਇਆ ਆਪਾਂ ਨੇ ਕ੍ਰਾਸ ਪ੍ਰੋਡਕਟ, ਉਹ ਸਾਰਿਆਂ ਨੇ ਦੁਬਾਰਾ ਰਿਵਾਈਜ਼ ਕਰਨਾ ਨੋਟਬੁੱਕ ਤੋਂ, ਰਿਵਾਈਜ਼ ਕਰਕੇ ਕੁਐਸਚਨਸ ਪ੍ਰੈਕਟਿਸ ਕਰਨੇ ਆ, ਠੀਕ ਹੈ। ਆਲਸੋ ਬਾਈ ਡੈਫੀਨੇਸ਼ਨ ਆਰ ਕ੍ਰਾਸ ਐਫ ਕਿਹਦੇ ਇਕੁਅਲ ਹੁੰਦਾ, ਬਾਈ ਡੈਫੀਨੇਸ਼ਨ ਆਰ ਕ੍ਰਾਸ ਐਫ ਕਿਹਦੇ ਇਕੁਅਲ ਹੁੰਦਾ, ਟੌ ਦੇ ਇਕੁਅਲ ਹੁੰਦਾ, ਅੱਜ ਹੀ ਕੀਤਾ ਆਪਾਂ ਨੇ, ਤਾਂ ਇਸ ਜਗ੍ਹਾ ਤੇ ਆਪਾਂ yes ਟੌ sir ਲਿਖ ਸਕਦੇ ਹਾਂ। ਸੋ dl by dt would be equal to tau, हाँ बन जाओ अपना रिजल्ट, तो dl by dt किहदे इक्वल बन जाऊगा, it would be equal to tau। यही ਆਪਾਂ ਨੇ ਪ੍ਰੂਵ ਕਰਨਾ ਸੀ, ਹੈਂਸ ਪ੍ਰੂਵਡ ਲਿਖ ਸਕਦੇ ਹਾਂ ਆਪਾਂ। ਤੇ ਹੋਮਵਰਕ 'ਚ ਕੀ ਹੈ, ਇੱਕ ਤਾਂ ਆਹ ਆਰਟੀਕਲ ਦੁਬਾਰਾ ਕਰਨਾ ਹੈ, ਰਿਪੀਟ ਇਟ ਅਗੇਨ, ਠੀਕ ਹੈ। ਜਿਹੜਾ ਤੁਹਾਡਾ ਵੈਕਟਰ ਪ੍ਰੋਡਕਟ ਦੇ ਵਿੱਚ ਕ੍ਰਾਸ ਪ੍ਰੋਡਕਟ ਸੀਗਾ ਉਹ ਪੜ੍ਹਨਾ ਹੈ, ਰਿਵਾਈਜ਼ ਕਰਨਾ ਹੈ, ਕੁਐਸਚਨਸ ਦੇਖਣੇ ਨੇ, ਤੇ ਬੁੱਕ 'ਚ ਉਹਦੇ ਕੁਐਸਚਨਸ ਪ੍ਰੈਕਟਿਸ ਕਰਨੇ ਨੇ, 5th ਚੈਪਟਰ 'ਚ ਨੇ, ਠੀਕ ਹੈ। ਬਾਕੀ ਮੈਂ 8 ਵਜੇ ਤੋਂ ਬਾਅਦ ਦੇਖਦਾ, ਤੁਹਾਨੂੰ ਦੱਸਦਾ। ਸਾਰੇ ਇਕੱਠੇ ਬੋਲ ਦਿੰਦੇ ਹੋ good ਤੁਸੀਂ, evening sir ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ ਸਰ, ਗੁੱਡ ਈਵਨਿੰਗ। ਗੁੱਡ ਈਵਨਿੰਗ ਸਰ। ਗੁੱਡ ਈਵਨਿੰਗ ਜੀ।